ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਨਿੰਦਾ ਕਹਾ ਕਰਹੁ ਸੰਸਾਰਾ ਨਿੰਦਕ ਕਾ ਪ੍ਰਗਟ ਪਹਾਰਾ। ਨਿੰਦਕ ਸੋਧ ਸਾਧ ਵਿਚਾਰਿਆ ਕਹੁ ਰਵਿਦਾਸ ਪਾਪੀ ਨਰਕ ਸਿਧਾਰਿਆ। ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਅਦਬ ਵਿੱਚ ਆਈਏ, ਗੁਰੂ ਬਖਸ਼ੀ ਫਤਿਹ ਬੁਲਾਈਏ, ਮੁਖੋਂ ਅਲਾਈਏ ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਪ੍ਰੇਮ ਦਾ ਸਬੂਤ ਦਿੰਦੇ ਹੋਏ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤ ਸੰਗਤ ਜੀ, ਇਹ ਸੰਸਾਰ ਦੀ ਇੱਕ ਖੇਡ ਕਿਨਾ ਐਸੀ ਹੈ ਕਿ ਇਸ ਸੰਸਾਰ ਵਿੱਚ ਰਹਿਣ ਵਾਲੇ ਸੱਜਣ ਆਪਣੀ ਆਦਤ ਦੇ ਅਨੁਕੂਲ ਹੁੰਦੇ ਹੋਏ, ਹਰ ਇੱਕ ਜਿਹੜਾ ਮਨੁੱਖ ਹੈ ਉਹਦਾ ਸੁਭਾਅ ਹੈ ਕਿ ਉਹ ਦੂਸਰੇ ਵੱਲ ਉਂਗਲ ਵੱਧ ਕੇ ਨਾ ਕਰਦਾ ਹੈ। ਭਾਵ ਇਹ ਹੈ ਕਿ ਮਨੁੱਖੀ ਚਿੰਤਨ ਦਾ ਇੱਕ ਸੁਭਾਅ ਹੈ ਨਿੰਦਿਆ। ਹਰ ਵੇਲੇ ਹਰ ਸਮੇਂ ਇਹ ਨਿੰਦਿਆ ਹੀ ਕਿੰਨਾ ਕਰਦਾ ਹੈ। ਪਰ ਪਿਆਰੀ ਸਾਧ ਸੰਗਤ ਜੀ, ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਆ ਨਾ, ਤਾਂ ਮਹਾਰਾਜ ਨੇ ਬੜੇ ਪਿਆਰ ਨਾਲ ਇਹ ਜਿਹੜੀ ਗੱਲ ਸਾਡੇ ਅੱਗੇ ਕਿੰਨਾ ਰੱਖੀ ਆ। ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਨਿੰਦਿਆ ਨਾ ਕਿਸੇ ਦੀ ਕਰਿਆ ਕਰ, ਕਿਉਂਕਿ ਨਿੰਦਿਆ ਕਰਨਾ ਚੰਗੀ ਗੱਲ ਨਹੀਂ, ਨਿੰਦਿਆ ਕਰਨਾ ਚੰਗੀ ਬਾਤ ਨਹੀਂ। ਪਰ ਮਨੁੱਖ ਦਾ ਸੁਭਾਅ ਹੈ ਕਿ ਇਹ ਸੱਜਣ ਆਪਣੇ ਆਪ ਨੂੰ ਸੰਸਾਰ ਵਿੱਚ ਸ੍ਰੇਸ਼ਟ ਕਿੰਨਾ ਰੱਖਣ ਵਾਸਤੇ ਬਾਕੀ ਸੰਸਾਰ ਵਿੱਚ ਰਹਿਣ ਵਾਲੇ ਸੱਜਣਾਂ ਨੂੰ ਆਪਣੇ ਤੋਂ ਨੀਵਾਂ ਰੱਖਣਾ ਚਾਹੁੰਦਾ ਹੈ। ਅਤੇ ਇਹ ਜਿਹੜਾ ਸੰਸਾਰ ਨੂੰ ਨੀਵਾਂ ਕਿੰਨਾ ਰੱਖਣ ਦਾ ਕੰਮ ਹੈ, ਇਹ ਹਰ ਇੱਕ ਸੰਸਾਰ ਦੇ ਜੀਵ ਦੇ ਅੰਦਰ ਸਮਾਇਆ ਕਿੰਨਾ ਹੋਇਆ ਕਿ ਜਿੰਨੇ ਵੀ ਸੱਜਣ ਸੰਸਾਰ ਦੇ ਵਿੱਚ ਹਨ, ਅਸੀਂ ਇਹਨਾਂ ਤੋਂ ਵਧੇਰੇ ਕੁਝ ਬੋਧ ਕਿੰਨਾ ਰੱਖਦੇ ਹਾਂ, ਅਸੀਂ ਵਧੇਰੇ ਇਹਨਾਂ ਤੋਂ ਕੁਝ ਆਪਣੀ ਹਸਤੀ ਕਿੰਨਾ ਰੱਖਦੇ ਹਾਂ। ਇਸ ਕਰਕੇ ਕਿੰਨਾ ਪਿਆਰੀ ਸਾਧ ਸੰਗਤ ਜੀ, ਆਪਣੇ ਆਪ ਨੂੰ ਸੰਸਾਰ ਵਿੱਚ ਵਧੀਆ ਕਿੰਨਾ ਦੱਸਣ ਵਾਸਤੇ ਔਰ ਦੂਸਰੇ ਨੂੰ ਨੀਵਾਂ ਕਿੰਨਾ ਦੱਸਣ ਵਾਸਤੇ ਮਨੁੱਖੀ ਚਿੰਤਨ ਦੇ ਵਿੱਚੋਂ ਇੱਕ ਵਸਤੂ ਬਾਹਰ ਕਿੰਨਾ ਆਉਂਦੀ ਹੈ, ਉਹਨੂੰ ਨਿੰਦਿਆ ਕਿੰਨਾ ਕਹਿੰਦੇ ਨੇ। ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਕਿੰਨਾ ਪੜ੍ਹਦੇ ਹਾਂ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਇਹ ਜਿਹੜੀ ਗੱਲ ਬੜੇ ਪਿਆਰ ਦੇ ਨਾਲ ਹੈ। ਕਹਿਣ ਲੱਗੇ, ਭਾਈ ਨਿੰਦਿਆ ਭਲੀ ਕਿਸੈ ਕੀ ਨਾਹੀ। ਮਹਾਰਾਜ ਜੀ ਕਹਿੰਦੇ ਨੇ, ਨਿੰਦਿਆ ਕਰਨੀ ਕਿਸੇ ਦੀ ਚੰਗੀ ਨਹੀਂ। ਸੱਜਣਾ, ਕਦੀ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਦੀ ਨਿੰਦਿਆ ਨਾ ਕਰਿਆ ਕਰ, ਕਿਉਂਕਿ ਜਿਹੜੀ ਕੀਤੀ ਹੋਈ ਨਿੰਦਿਆ ਹੈ, ਇਹ ਮਨੁੱਖ ਦਾ ਜਿਹੜਾ ਜੀਵਨ ਹੈ ਉਹਨੂੰ ਖਾਲੀ ਕਿੰਨਾ ਕਰ ਦਿੰਦੀ ਹੈ। ਸਤ ਸੰਗਤ ਜੀ, ਇਸੇ ਕਰਕੇ ਕਿੰਨਾ ਮਹਾਰਾਜ ਨੇ ਗੁਰਬਾਣੀ ਵਿੱਚ ਬੜੇ ਪਿਆਰ ਦੇ ਨਾਲ ਇਹ ਜਿਹੜੀ ਗੱਲ ਸਾਡੇ ਅੱਗੇ ਕਿੰਨਾ ਰੱਖੀ ਆ। ਮਹਾਰਾਜ ਕਹਿੰਦੇ ਹਨ, ਨਿੰਦਿਆ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ। ਅਤੇ ਅਗਲਾ ਕਿੰਨਾ ਬਚਨ ਇਹ ਦਿੱਤਾ ਹੈ, ਕਹਿੰਦੇ ਸੰਸਾਰ ਵਿੱਚ ਜੇ ਕੋਈ ਕਿੰਨਾ ਸੱਜਣ ਨਿੰਦਿਆ ਕਿੰਨਾ ਕਰਦਾ ਹੈ ਅਤੇ ਉਹ ਮੁਗਧ ਹੈ, ਉਹ ਮਨਮੁਖ ਹੈ। ਮਨਮੁਖ ਉਹ ਬੰਦਾ ਹੁੰਦਾ ਹੈ ਜਿਹੜਾ ਸੱਜਣ ਗੁਰੂ ਨੂੰ ਪਿੱਠ ਕਿੰਨਾ ਕਰਕੇ ਆਪਣੀਆਂ ਮਨ ਦੀਆਂ ਮਰਜ਼ੀਆਂ 'ਤੇ ਉਤਰੇ। ਸਤ ਸੰਗਤ ਜੀ, ਇਹੋ ਜਿਹੇ ਸੱਜਣਾਂ ਨੂੰ ਮਹਾਰਾਜ ਨੇ ਬਾਣੀ ਵਿੱਚ ਮੂਰਖ ਵੀ ਕਿੰਨਾ ਆਖਿਆ ਹੈ। ਮੋਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਮਹਾਰਾਜ ਕਹਿੰਦੇ ਨੇ, ਅਕਾਲ ਪੁਰਖ ਦੀ ਦਰਗਾਹ ਦੇ ਅੰਦਰ ਫਿਰ ਜਾ ਕੇ ਉਹ ਸੱਜਣ ਦਾ ਮੂੰਹ ਕਾਲਾ ਹੁੰਦਾ ਹੈ ਜਿਹੜਾ ਨਿੰਦਿਆ ਕਿੰਨਾ ਕਰਦਾ ਹੈ।
ਸਾਧ ਸੰਗਤ ਜੀ, ਮੈਂ ਇਹ ਗੱਲ ਨੂੰ ਹੋਰ ਸਪਸ਼ਟ ਕਿਨਾ ਕਰਨ ਵਾਸਤੇ ਇੱਕ ਉਥਾਨਕਾ ਆਪ ਜੀ ਦੇ ਅੱਗੇ ਰੱਖਾਂ। ਦੋ ਸੱਜਣ ਸਨ, ਉਹਨਾਂ ਨੇ ਸਾਧੂਆਂ ਵਾਲਾ ਬਾਣਾ ਕਿਨਾ ਪਾਇਆ ਹੋਇਆ ਸੀ। ਹੁਣ ਦੇਖੋ, ਜਿਹੜਾ ਬਾਣਾ ਹੈ, ਕੋਈ ਵੀ ਬਾਣਾ ਹੋਵੇ, ਬਸਤਰ ਹੋਣ, ਸਾਧ ਸੰਗਤ ਜੀ, ਅਸੀਂ ਬਸਤਰਾਂ ਦੇ ਆਧਾਰ ਉੱਤੇ, ਅਸੀਂ ਬਾਣੀ ਦੇ ਆਧਾਰ ਉੱਤੇ ਕਿਸੇ ਦੇ ਜੀਵਨ ਦਾ ਅੰਦਾਜ਼ਾ ਲਾ ਨਹੀਂ ਸਕਦੇ। ਪਰ ਇਹ ਦੋਨੇ ਸੱਜਣ ਇੱਕ ਦੂਸਰੇ ਦੀ ਨਿੰਦਿਆ ਬਹੁਤ ਕਰਦੇ ਹੁੰਦੇ ਸਨ। ਤੇ ਇੱਕ ਦਿਨ ਕਿਨਾ ਦੋਨੇ ਸੱਜਣ ਕਿਸੇ ਆਪਣੇ ਸ਼ਰਧਾਲੂ ਸੱਜਣ ਦੇ ਘਰ ਦੇ ਵਿੱਚ ਬੜੇ ਪਿਆਰ ਦੇ ਨਾਲ ਕਿਨਾ ਆਏ। ਜਦੋਂ ਇਹ ਦੋਨੇ ਸੱਜਣ ਆਪਣੇ ਸ਼ਰਧਾਲੂ ਸੱਜਣ ਦੇ ਘਰ ਦੇ ਵਿੱਚ ਆਏ ਤਾਂ ਸਾਧ ਸੰਗਤ ਜੀ, ਇੱਕ ਕਿਸੇ ਕਮਰੇ ਵਿੱਚ ਬਹਿ ਗਿਆ, ਦੂਸਰਾ ਜਿਹੜਾ ਸੱਜਣ ਸੀ ਉਹ ਕਿਸੇ ਹੋਰ ਕਿਨਾ ਰੂਮ ਦੇ ਵਿੱਚ ਕਿਨਾ ਬਹਿ ਗਿਆ। ਉਹ ਜਿਹੜਾ ਸੱਜਣ ਸੀ ਉਹਨੇ ਦੋਨਾਂ ਦੀ ਆਓ ਭਗਤ ਬੜੇ ਪਿਆਰ ਦੇ ਨਾਲ ਕਿਨਾ ਕੀਤੀ। ਮੈਂ ਇਹ ਬਚਨ ਤਾਂ ਤੁਹਾਡੇ ਅੱਗੇ ਲੱਗਾ ਰੱਖਣ, ਕਿਉਂਕਿ ਇਹ ਜਿਹੜੀ ਗੱਲ ਹੈ, ਜਿਹੜੀ ਅੱਜ ਦਾ ਵਿਸ਼ੇ ਦੇ ਵਿੱਚ ਮੈਂ ਤੁਹਾਡੇ ਅੱਗੇ ਕਿਨਾ ਰੱਖਦਾ ਪਿਆ, ਇਹ ਗੱਲ ਨੂੰ ਮੈਂ ਚੰਗੀ ਤਰ੍ਹਾਂ ਖੋਲ੍ਹ ਕੇ ਤੁਹਾਡੇ ਅੱਗੇ ਹੋਰ ਕਿਨਾ ਰੱਖ ਸਕਾਂ। ਇਸ ਕਰਕੇ ਇੱਕ ਉਥਾਨਕਾ ਦਾ ਸਹਾਰਾ ਲੈ ਕੇ ਮੈਂ ਆਪ ਜੀ ਦੇ ਅੱਗੇ ਕਿਨਾ ਰੱਖਦਾ ਪਿਆ ਹਾਂ। ਅਤੇ ਸਾਧ ਸੰਗਤ ਜੀ, ਜਦੋਂ ਇਹ ਦੋਨੇ ਸੱਜਣ ਜਾ ਕੇ ਕਿਸੇ ਰੂਮ ਦੇ ਵਿੱਚ ਕਿਨਾ ਬੈਠੇ, ਅਤੇ ਉਹ ਜਿਹੜਾ ਸੱਜਣ ਸੀ ਨਾ, ਉਹ ਪਹਿਲੇ ਕਿਨਾ ਸੱਜਣ ਤੋਂ ਗਿਆ, ਉਹਨੇ ਜਾ ਕੇ ਇਹ ਜਿਹੜੀ ਸ਼ਰਧਾਲੂ ਨੇ ਗੱਲ ਆਖੀ, ਕਹਿਣ ਲੱਗੇ ਜੀ, ਉਹ ਜਿਹੜੇ ਤੁਹਾਡੇ ਨਾਲ ਫਲਾਣੇ ਬੰਦੇ ਆਏ ਨੇ, ਜਿਹੜੇ ਦੂਸਰੇ ਕਿਨਾ ਪਾਸੇ ਬੈਠੇ ਨੇ, ਉਹਨਾਂ ਦੇ ਚਿਹਰੇ ਤੋਂ ਤੇ ਮੈਨੂੰ ਕੁਝ ਉਹ ਮਹਾਤਮਾ ਜਨ ਕਿਨਾ ਲੱਗਦੇ ਨੇ, ਤੁਹਾਡੇ ਉਹਨਾਂ ਦੇ ਪ੍ਰਤੀ ਕੀ ਵਿਚਾਰ ਨੇ। ਜਦੋਂ ਇਹ ਸੱਜਣ ਪਹਿਲੇ ਸੱਜਣ ਤੋਂ ਉਸ ਸ਼ਰਧਾਲੂ ਨੇ ਕਿਨਾ ਪੁੱਛਿਆ, ਤੇ ਸਾਧ ਸੰਗਤ ਜੀ, ਇਹ ਨਿੰਦਿਆ ਕਿਨਾ ਕਰਦਾ ਹੋਇਆ ਉਹਦੀ ਕਹਿਣ ਕਿਨਾ ਲੱਗਾ, ਕਹਿੰਦਾ ਇਹ ਤੇ ਨਿਰਾ ਗਧੇ ਦਾ ਰੂਪ ਹੈ, ਇਹਦੇ ਵਿੱਚ ਤੇ ਗਧੇ ਵਿੱਚ ਕੋਈ ਫਰਕ ਨਹੀਂ। ਸਾਧ ਸੰਗਤ ਜੀ, ਇਹ ਅਚੰਭੇ ਦੇ ਵਿੱਚ ਕਿਨਾ ਪੈ ਗਿਆ। ਉਹ ਕਹਿੰਦਾ ਵੀ ਦੇਖੋ, ਦੋਨਾਂ ਨੇ ਲਿਬਾਸ ਕਿਨਾ ਐਸੇ ਪਾਏ ਨੇ, ਇਹਨਾਂ ਦੇ ਲਿਬਾਸ ਵੱਲ ਦੇਖ ਕੇ ਭੁਲੇਖਾ ਕਿਨਾ ਪੈਂਦਾ ਪਿਆ, ਇਹ ਮਹਾਤਮਾ ਜਨ ਕਿਨਾ ਹੋਣਗੇ, ਪਰ ਇੱਕ ਦੂਸਰੇ ਦੀ ਨਿੰਦਿਆ ਇੰਨੀ ਕਿਨਾ ਸਿਖਰ ਦੇ ਵਿੱਚ ਕਿਨਾ ਕਰਦੇ ਪਏ ਨੇ। ਅਤੇ ਉਹੀ ਜਿਹੜਾ ਸ਼ਰਧਾਲੂ ਸੀ, ਉਹਨੇ ਦੂਸਰੇ ਦੇ ਕੋਲੋਂ ਜਾ ਕੇ ਪੁੱਛ ਕਿਨਾ ਲਿਆ, ਕਹਿਣ ਲੱਗਾ, ਸੱਜਣਾ, ਆ ਜਿਹੜੇ ਤੇਰੇ ਨਾਲ ਇੱਕ ਸਾਡੇ ਘਰ ਦੇ ਵਿੱਚ ਆਏ ਹੋਏ ਨੇ, ਇਹ ਦੇਖਣ ਤੋਂ ਬੜੇ ਪਿਆਰੇ ਕਿਨਾ ਲੱਗਦੇ ਨੇ। ਅਤੇ ਉਹ ਜਿਹੜਾ ਸੱਜਣ ਸੀ, ਉਹਨੇ ਦੂਸਰੇ ਦੀ ਨਿੰਦਿਆ ਦੇ ਵਿੱਚ ਇਹ ਜਿਹੜੇ ਬਚਨ ਉਚਾਰ ਕੇ ਉਹਦੇ ਅੱਗੇ ਰੱਖੇ, ਕਹਿਣ ਲੱਗੇ, ਭਾਈ, ਇਹ ਤੇ ਨਿਰਾ ਬੈਲ ਹੈ, ਬੈਲ ਆਲਸੀ ਹੈ, ਇਹਦੇ ਵਿੱਚ ਤੇ ਬੈਲ ਵਿੱਚ ਕੋਈ ਫਰਕ ਨਹੀਂ, ਇਹਦੇ ਵਿੱਚ ਤੇ ਬਲਦ ਵਿੱਚ ਕੋਈ ਫਰਕ ਨਹੀਂ। ਜਦੋਂ ਉਹਨੇ ਕਿਨਾ ਦੋਨਾਂ ਦੇ ਪਾਸੋਂ ਇੱਕ ਦੂਜੇ ਦੀ ਈਰਖਾ ਕਿਨਾ ਸੁਣੀ ਨਾ, ਅਤੇ ਸਾਧ ਸੰਗਤ ਜੀ, ਜਿਹੜਾ ਸ਼ਰਧਾਲੂ ਸੀ ਨਾ, ਉਹਦੇ ਮਨ ਵਿੱਚ ਇਹ ਜਿਹੜੀ ਗੱਲ ਆ ਗਈ, ਕਹਿਣ ਲੱਗਾ, ਹੁਣ ਇਹਨਾਂ ਨੂੰ ਇਹਨਾਂ ਦੇ ਮਨ ਪਸੰਦ, ਕਿਉਂਕਿ ਜਿੱਦਾਂ ਦਾ ਇਹਨਾਂ ਦਾ ਅੰਦਰ ਹੈ, ਹੁਣ ਉਸੇ ਰੂਪ ਵਿੱਚ ਇਹਨਾਂ ਦੇ ਅੱਗੇ ਖਾਣਾ ਪਰੋਸ ਕੇ ਕਿਨਾ ਰੱਖਿਆ ਜਾਏਗਾ। ਉਹ ਸੱਜਣ ਨੇ ਕੀ ਕੀਤਾ, ਉਹਨੇ ਤੂੜੀ ਕਿਨਾ ਲਿਆ ਕਰਕੇ ਦੋਨਾਂ ਦੇ ਅੱਗੇ ਰੱਖ ਦਿੱਤੀ। ਅਤੇ ਸਾਧ ਸੰਗਤ ਜੀ, ਜਦੋਂ ਇਹਨਾਂ ਨੇ ਤੂੜੀ ਵੱਲ ਵੇਖਿਆ ਨਾ, ਆਪਣੇ ਸ਼ਰਧਾਲੂ ਨੂੰ ਕਿਨਾ ਕਹਿਣ ਲੱਗੇ, ਕਹਿੰਦੇ, ਤੈਨੂੰ ਸਾਡਾ ਸਤਿਕਾਰ ਨਹੀਂ ਪਤਾ। ਅਤੇ ਅੱਗੇ ਉਹ ਸ਼ਰਧਾਲੂ ਬਹੁਤ ਸਿਆਣਾ ਸੀ, ਉਹ ਕਹਿੰਦਾ, ਜੀ, ਮੈਂ ਜਦੋਂ ਤੁਹਾਡੇ ਤੋਂ ਇੱਕ ਦੂਜੇ ਦੇ ਬਾਰੇ ਪੁੱਛਣ ਵਾਸਤੇ ਗਿਆ ਸਾਂ, ਤੁਸੀਂ ਮੈਨੂੰ ਉਹਦੇ ਬਾਰੇ ਆਖਿਆ ਸੀ ਕਿ ਉਹ ਗਧੇ ਦੀ ਕਿਨਾ ਨਿਆਈ ਆ, ਅਤੇ ਕਹਿਣ ਲੱਗੇ, ਉਹਨਾਂ ਨੇ ਮੈਨੂੰ ਤੁਹਾਡੇ ਬਾਰੇ ਬਲਦ ਆਖਿਆ ਸੀ। ਮੇਰੇ ਮਨ ਵਿੱਚ ਇਹ ਜਿਹੜੀ ਗੱਲ ਕਿਨਾ ਆ ਗਈ, ਦੋਨਾਂ ਨੂੰ ਹੁਣ ਉਹਨਾਂ ਦੀ ਬਿਰਤੀ ਦੇ ਅਨੁਕੂਲ ਕਿਨਾ ਜਿਹੜਾ ਭੋਜਨ ਉਹਨਾਂ ਦੇ ਅੱਗੇ ਕਿਨਾ ਰੱਖਿਆ ਜਾਏ। ਮੈਂ ਇਸ ਕਰਕੇ ਕਿਨਾ ਤੁਹਾਡੇ ਵਾਸਤੇ ਤੂੜੀ ਕਿਨਾ ਲੈ ਕੇ ਆਇਆ, ਕਿਉਂਕਿ ਪਸ਼ੂਆਂ ਦੀ ਖੁਰਾਕ ਤੂੜੀ ਕਿਨਾ ਹੁੰਦੀ ਹੈ। ਜਦੋਂ ਇੰਨੀ ਕਿਨਾ ਗੱਲ ਆਖੀ, ਇਹ ਦੋਨੇ ਸੱਜਣ ਸਨ ਜਿਹੜੇ, ਸਾਧ ਸੰਗਤ ਜੀ, ਇੱਕ ਦੂਜੇ ਦੀ ਕਿਨਾ ਨਿੰਦਿਆ ਕਰਕੇ ਇਹਨਾਂ ਨੂੰ ਸ਼ਰਮਸ਼ਾਰ ਕਿਨਾ ਹੋਣਾ ਪਿਆ ਸੀ। ਮਹਾਰਾਜ ਨੇ ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਬੜੇ ਪਿਆਰ ਦੇ ਨਾਲ ਕਿਨਾ ਆਖਿਆ, ਕਹਿਣ ਲੱਗੇ, ਸੱਜਣਾ, ਕਦੀ ਵੀ ਕਿਸੇ ਦੀ ਨਿੰਦਿਆ ਨਾ ਕਰੀ, ਕਿਉਂਕਿ ਜਿਹੜੀ ਨਿੰਦਿਆ ਹੈ, ਨਿੰਦਿਆ ਕਿਨਾ ਕਰਨ ਵਾਲੇ ਸੱਜਣ ਦਾ ਦਾਰੂ ਅੱਜ ਤੱਕ ਨਹੀਂ ਬਣਿਆ। ਸੰਸਾਰ ਉੱਤੇ ਬੇਅੰਤਾਂ ਕਿਨਾ ਰੋਗ ਨੇ, ਹਰ ਇੱਕ ਕਿਨਾ ਰੋਗ ਦਾ ਦਾਰੂ ਹੈ, ਪਰ ਨਿੰਦਿਆ ਦਾ ਕਿਨਾ ਅੱਜ ਤੱਕ ਕੋਈ ਦਾਰੂ ਤਿਆਰ ਹੀ ਨਹੀਂ ਹੋਇਆ। ਮਹਾਰਾਜ ਨੇ ਇਹ ਜਿਹੜੀ ਗੱਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਬੜੇ ਪਿਆਰ ਨਾਲ ਕਿਨਾ ਆਖ ਕੇ ਸਾਧ ਸੰਗਤ ਜੀ ਸਾਡੇ ਅੱਗੇ ਕਿਨਾ ਰੱਖੀ। ਔਰ ਮਹਾਰਾਜ ਨੇ ਆਖਣਾ ਕਿਨਾ ਕੀਤਾ ਆ, ਕਹਿਣ ਲੱਗੇ, ਅਵਖਦ ਸਭੇ ਆਖੀਨ ਨਿੰਦਕ ਕਾ ਦਾਰੂ ਨਾਹੀ। ਜਿਹੜਾ ਕਿਨਾ ਨਿੰਦਿਆ ਕਿਨਾ ਕਰਨ ਵਾਲਾ ਸੱਜਣ ਹੈ, ਇਹਦਾ ਦਾਰੂ ਅੱਜ ਤੱਕ ਕਿਨਾ ਤਿਆਰ ਹੀ ਨਹੀਂ ਹੋਇਆ। ਸਾਧ ਸੰਗਤ ਜੀ, ਕਿਉਂਕਿ ਜਿਹੜੀ ਨਿੰਦਿਆ ਹੈ, ਨਿੰਦਿਆ ਸੱਚਮੁੱਚ ਮਨੁੱਖ ਨੂੰ ਅੰਦਰੋਂ ਖਾਲੀ ਕਿਨਾ ਕਰ ਦਿੰਦੀ ਹੈ। ਸਾਧ ਸੰਗਤ ਜੀ, ਜਿਹੜਾ ਸੱਜਣ ਅੰਦਰੋਂ ਕਿਨਾ ਖਾਲੀ ਹੋ ਜੇ,
ਉਹ ਜਿਹੜੇ ਸੱਜਣ ਦੀ ਕੋਈ ਕੀਮਤ ਨਹੀਂ, ਨਾ ਇਸ ਲੋਕ ਵਿੱਚ ਕੋਈ ਕੀਮਤ ਰਹਿ ਜਾਂਦੀ ਆ ਅਤੇ ਨਾ ਉਸ ਅਕਾਲ ਪੁਰਖ ਦੇ ਘਰ ਦੇ ਵਿੱਚ ਇਹਦੀ ਕੋਈ ਕੀਮਤ ਕਿਨਾ ਪੈਂਦੀ ਹੈ। ਮੈਂ ਇਹ ਜਿਹੜੀ ਗੱਲ ਕਿਨਾ ਤੁਹਾਡੇ ਅੱਗੇ ਕਿਨਾ ਰੱਖਦਾ ਪਿਆ ਸਾਂ, ਜਿਹੜੀ ਨਿੰਦਿਆ ਹੈ, ਨਿੰਦਿਆ ਭਲੀ ਕਿਸੇ ਕੀ ਨਾਹੀਂ, ਕਿਉਂਕਿ ਇਹ ਥਾਂ ਤੋਂ ਮੈਂ ਬਚਨ ਸ਼ੁਰੂ ਕੀਤਾ ਅਤੇ ਮੈਂ ਇਹਦੇ ਇਰਦ ਗਿਰਦ ਕਿਨਾ ਰਹਿਣਾ ਹੈ। ਸਤ ਸੰਗਤ ਜੀ, ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਨਾ, ਤਾਂ ਸੱਚੇ ਪਾਤਸ਼ਾਹ ਨੇ ਇੱਥੇ ਤੱਕ ਕਿਨਾ ਬਾਣੀ ਦੇ ਵਿੱਚ ਆਖਿਆ ਹੈ, ਮਹਾਰਾਜ ਆਖਦੇ ਹਨ ਅਰੜਾਵੈ ਬਿਲ ਲਾਵੈ ਨਿੰਦਕ। ਹੁਣ ਸਤ ਸੰਗਤ ਜੀ, ਜਿਹੜਾ ਨਿੰਦਿਆ ਕਰਨ ਵਾਲਾ ਸੱਜਣ, ਕਿਉਂਕਿ ਬੀਜ ਤੇ ਉਹਨੇ ਬੋ ਦਿੱਤਾ ਹੈ, ਨਿੰਦਿਆ ਦਾ ਜਿਹੜਾ ਬੀਜ ਹੈ ਉਹਨੇ ਐਸਾ ਬੀਜਿਆ ਹੈ ਕਿ ਜਦੋਂ ਕਿਨਾ ਬੀਜ ਉਂਗਰਦਾ ਹੈ ਅਤੇ ਜਦੋਂ ਕਿਨਾ ਵੱਢਣ ਦੀ ਕਿਨਾ ਵਾਰੀ ਆਉਂਦੀ ਹੈ, ਇਹਨੂੰ ਫਿਰ ਤਕਲੀਫ ਕਿਨਾ ਹੁੰਦੀ ਹੈ। ਮਹਾਰਾਜ ਨੇ ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਬੜੇ ਪਿਆਰ ਦੇ ਨਾਲ ਇਹ ਜਿਹੜੀ ਗੱਲ ਕਿਨਾ ਆਖੀ ਹੈ, ਕਹਿੰਦੇ ਅਰੜਾਵੈ ਬਿਲ ਲਾਵੈ ਨਿੰਦਕ। ਅਤੇ ਸਤ ਸੰਗਤ ਜੀ, ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੈ ਨਿੰਦਕ। ਇਹ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਹਨ, ਔਰ ਮਹਾਰਾਜ ਨੇ ਖੋਲ੍ਹ ਖੋਲ੍ਹ ਕੇ ਕਿਨਾ ਸਾਡੇ ਅੱਗੇ ਰੱਖੇ। ਮਹਾਰਾਜ ਕਹਿੰਦੇ, ਭਾਈ ਕਿਸੇ ਦੀ ਨਿੰਦਿਆ ਨਾ ਕਰੀ, ਜੇ ਕਿਤੇ ਤੂੰ ਕਿਸੇ ਦੀ ਨਿੰਦਿਆ ਕਿਨਾ ਕੀਤੀ, ਇੱਕ ਦਿਨ ਫਿਰ ਜੋ ਬੀਜ ਤੂੰ ਆਪਣੇ ਮੁਖ ਦੇ ਨਾਲ ਕਿਨਾ ਬੀਜਿਆ ਹੋਏਗਾ, ਜਦੋਂ ਕਿਨਾ ਵੱਢਣ ਦੀ ਵਾਰੀ ਆਈ, ਸੱਜਣਾ ਤੇ ਤੋਂ ਵੱਢਿਆ ਨਹੀਂ ਜਾਣਾ, ਉਦੋਂ ਤੇਰੇ ਅੰਦਰੋਂ ਰੋਣ ਕਿਨਾ ਨਿਕਲੇਗਾ। ਸਤ ਸੰਗਤ ਜੀ, ਇਹ ਬਚਨ ਮੈਂ ਇੱਕ ਵਾਰੀ ਫਿਰ ਆਪ ਜੀ ਦੇ ਅੱਗੇ ਕਿਨਾ ਰੱਖਾਂ, ਕਿਉਂਕਿ ਗੱਲ ਸਾਡੀ ਸਮਝ ਦੇ ਵਿੱਚ ਆਏ ਕਿ ਜਿਹੜੀ ਨਿੰਦਿਆ ਹੈ, ਕਿਉਂ ਮਹਾਰਾਜ ਇਹ ਜਿਹੜੀ ਗੱਲ ਸਾਡੇ ਅੱਗੇ ਬਾਰ-ਬਾਰ ਕਿਨਾ ਰੱਖਦੇ ਪਏ ਨੇ, ਸੱਜਣਾ ਕਿਸੇ ਦੀ ਨਿੰਦਿਆ ਨਾ ਕਰੀ, ਕਿਸੇ ਦਾ ਮਾੜਾ ਨਾ ਕਰੀ। ਕਹਿਣ ਲੱਗੇ, ਚੇਤਾ ਰੱਖੀ, ਅੱਜ ਤੂੰ ਕਿਨਾ ਕਿਸੇ ਦੀ ਨਿੰਦਿਆ ਕਿਨਾ ਕਰਦਾ ਪਿਆ, ਅਜੇ ਤੂੰ ਸੰਸਾਰ ਸਮੁੰਦਰ ਦੇ ਵਿੱਚ ਆ, ਕੱਲ੍ਹ ਨੂੰ ਪਤਾ ਨਹੀਂ ਤੇਰੇ ਨਾਲ ਕਿਹੜਾ ਭਾਣਾ ਕਿਨਾ ਵਰਤ ਕਿਨਾ ਜਾਣਾ ਹੈ। ਸਤ ਸੰਗਤ ਜੀ, ਮਹਾਰਾਜ ਨੇ ਜਿਹੜੀ ਗੱਲ ਬਾਣੀ ਵਿੱਚ ਬੜੇ ਪਿਆਰ ਦੇ ਨਾਲ ਕਿਨਾ ਆਖੀ ਹੈ, ਕਹਿਣ ਲੱਗੇ ਅਰੜਾਵੈ ਬਿਲ ਲਾਵੈ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੈ ਨਿੰਦਕ। ਅੱਗੇ ਕਿਨਾ ਫਿਰ ਮਹਾਰਾਜ ਨੇ ਇਸ ਗੱਲ ਨੂੰ ਖੋਲ੍ਹਣ ਵਾਸਤੇ ਕਿਨਾ ਜਿਹੜੀ ਗੱਲ ਕਿਨਾ ਆਖੀ ਆ, ਸੱਚੇ ਪਾਤਸ਼ਾਹ ਜੀ ਆਖਦੇ ਹਨ, ਜੇ ਕੋਈ ਉਸ ਕਾ ਸੰਗੀ ਹੋਵੈ, ਨਿੰਦਿਆ ਕਿਨਾ ਕਰਨ ਵਾਲੇ ਬੰਦੇ ਦਾ ਸੰਗੀ ਜਿਹੜਾ ਸੱਜਣ ਕਿਨਾ ਹੋ ਗਿਆ, ਅਤੇ ਸਤ ਸੰਗਤ ਜੀ ਸਜ਼ਾ ਫਿਰ ਉਹਨੂੰ ਵੀ ਕਿਨਾ ਮਿਲੇਗੀ, ਉਹਨੂੰ ਵੀ ਕਿੰਨਾ ਦੋਸ਼ ਉਹਦੇ ਸੀਸ ਦੇ ਉੱਤੇ ਮੜਿਆ ਕਿੰਨਾ ਜਾਣਾ ਕਿ ਸੱਜਣਾ ਜਿਹੜਾ ਫਲਾਨਾ ਬੰਦਾ ਉਹ ਨਿੰਦਿਆ ਕਿੰਨਾ ਕਰਨ ਵਾਲਾ ਸੀ, ਹਰ ਇੱਕ ਕਿੰਨਾ ਸੱਜਣ ਦੀ ਨਿੰਦਿਆ ਕਿੰਨਾ ਕਰਦਾ ਹੁੰਦਾ ਸੀ, ਤੂੰ ਉਹਦੀ ਸੰਗਤ ਦੇ ਵਿੱਚ ਜਾ ਕੇ ਬੜੇ ਪਿਆਰ ਨਾਲ ਬੈਠਦਾ ਹੁੰਦਾ ਸੀ। ਹੁਣ ਚੇਤਾ ਰੱਖੀ, ਤੈਨੂੰ ਵੀ ਉਹ ਜਿਹੜਾ ਫਲ ਕਿੰਨਾ ਪ੍ਰਾਪਤ ਹੋਏਗਾ ਜਿਹੜਾ ਇੱਕ ਨਿੰਦਿਆ ਕਿੰਨਾ ਕਰਨ ਵਾਲੇ ਨੂੰ ਕਿੰਨਾ ਹੁੰਦਾ ਹੈ। ਮੈਂ ਫਿਰ ਇਹ ਬਚਨ ਆਪ ਜੀ ਦੇ ਅੱਗੇ ਕਿੰਨਾ ਰੱਖਾਂ, ਜੇ ਕੋਈ ਉਸ ਕਾ ਸੰਗੀ ਹੋਵੈ, ਨਾਲੇ ਲਏ ਸਿਧਾਵੈ, ਅਣਹੋਦਾ ਅਜਗਰ ਭਾਰ ਉਠਾਏ, ਨਿੰਦਕ ਅਗਨੀ ਮਾਹ ਜਲਾਵੈ। ਜਿਸ ਸੱਜਣ ਦੇ ਅੰਦਰ ਕਿੰਨਾ ਨਿੰਦਿਆ ਆ ਜਾਂਦੀ ਆ, ਨਿੰਦਿਆ ਉਹ ਸੱਜਣ ਦਾ ਅੰਦਰੋਂ ਹਾਲ ਬੇਹਾਲ ਕਿੰਨਾ ਕਰ ਦਿੰਦੀ ਹੈ, ਉਹਦੇ ਅੰਦਰ ਸਾੜ ਕਿੰਨਾ ਪਾ ਦਿੰਦੀ ਆ। ਉਹਦਾ ਜਿਹੜਾ ਅੰਦਰ ਹੈ ਹਰ ਵੇਲੇ ਹਰ ਵਕਤ ਨਿੰਦਿਆ ਦੇ ਵਿੱਚ ਸੜਿਆ ਕਿੰਨਾ ਹੁੰਦਾ ਆ। ਅਤੇ ਜਿਹੜੇ ਸੱਜਣਾਂ ਦੇ ਅੰਦਰ ਸੜ ਜਾਣ, ਉੱਥੇ ਫਿਰ ਕਦੀ ਹਰਿਆਵਲ ਨਹੀਂ ਕਿਨਾ ਆ ਸਕਦੀ, ਉਹਨਾਂ ਸੱਜਣਾਂ ਦੇ ਅੰਦਰ ਕਦੀ ਵਿਕਾਸ ਨਹੀਂ ਆ ਸਕਦਾ, ਉਹਨਾਂ ਸੱਜਣਾਂ ਦੇ ਅੰਦਰ ਕਦੀ ਖੇੜਾ ਨਹੀਂ ਆ ਸਕਦਾ, ਉਹਨਾਂ ਸੱਜਣਾਂ ਦੇ ਅੰਦਰ ਕਦੀ ਗੁਰੂ ਦੀ ਮਿਹਰ ਉਤਰ ਹੀ ਨਹੀਂ ਸਕਦੀ, ਜਿਨ੍ਹਾਂ ਸੱਜਣਾਂ ਦੇ ਅੰਦਰ ਨਿੰਦਿਆ ਦੇ ਨਾਲ ਲਬਾ ਲਬ ਭਰੇ ਕਿਨਾ ਹੋਣਗੇ। ਸਤ ਸੰਗਤ ਜੀ, ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਕਿਨਾ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਹੋਰ ਬੜੇ ਪਿਆਰ ਦੇ ਨਾਲ ਕਿਨਾ ਇਹ ਜਿਹੜੀ ਗੱਲ ਖੋਲ੍ਹ ਕੇ ਕਿਨਾ ਸਾਡੇ ਅੱਗੇ ਕਿਨਾ ਰੱਖੀ, ਉਹ ਸੰਸਾਰ ਦੇ ਲੋਕੋ ਐਵੇਂ ਕਿਤੇ ਨਿੰਦਿਆ ਦੇ ਵਿੱਚ ਨਾ ਪੈ ਜਿਓ, ਕਿਉਂਕਿ ਜਿਹੜੀ ਨਿੰਦਿਆ ਹੈ, ਨਿੰਦਿਆ ਕਰਨ ਦੇ ਨਾਲ ਸਤ ਸੰਗਤ ਜੀ ਜਿਹੜੀ ਅਗਲੇ ਸੱਜਣ ਦੀ ਮੈਲ ਹੈ ਉਹ ਉਤਰਦੀ ਹੈ, ਅਤੇ ਜਿਹੜਾ ਨਿੰਦਿਆ ਕਿੰਨਾ ਕਰਨ ਵਾਲਾ ਹੁੰਦਾ ਹੈ, ਇੱਕ ਦਿਨ ਫਿਰ ਸਤ ਸੰਗਤ ਜੀ ਨਿੰਦਿਆ ਇਹਨੂੰ ਇਸ ਹੱਦ ਤੱਕ ਕਿੰਨਾ ਲੈ ਜਾਂਦੀ ਹੈ ਕਿ ਇਹ ਸੱਜਣ ਦੇ ਪੱਲੇ ਰਹਿੰਦਾ ਹੀ ਕਿੰਨਾ ਕੁਛ ਨਹੀਂ। ਸੰਸਾਰ ਦੇ ਉੱਤੇ ਆਇਆ ਹੋਇਆ ਸੱਜਣ ਵੀ ਗੁਰੂ ਦੇ ਪਿਆਰ ਤੋਂ ਖਾਲੀ ਕਿੰਨਾ ਹੋ ਕੇ ਰਹਿ ਕਿੰਨਾ ਜਾਂਦਾ ਹੈ। ਅਤੇ ਸਤ ਸੰਗਤ ਜੀ, ਸੱਚੇ ਪਾਤਸ਼ਾਹ ਨੇ ਐ ਹਰ ਇੱਕ ਕਿੰਨਾ ਗੱਲ ਖੋਲ੍ਹ ਕੇ ਸਾਡੇ ਅੱਗੇ ਕਿੰਨਾ ਰੱਖੀ, ਉਹ ਸੱਜਣਾ ਕਿਤੇ ਨਿੰਦਿਆ ਨਾ ਕਰੀ। ਬਾਰ-ਬਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਨਿੰਦਿਆ ਕਰਨ ਵਾਲੇ ਸੱਜਣ ਨੂੰ ਕਈ ਥਾਵਾਂ ਉੱਤੇ ਰੋਕਿਆ ਵੀ ਆ, ਅਤੇ ਕਈ ਥਾਵਾਂ ਦੇ ਉੱਤੇ ਤਾੜਨਾ ਦੇ ਨਾਲ ਕਿੰਨਾ ਆਖਿਆ, ਕਹਿਣ ਲੱਗੇ ਸੱਜਣਾ ਜੇ ਕਿਤੇ ਤੂੰ ਨਿੰਦਿਆ ਕਿੰਨਾ ਕਰਨ ਤੋਂ ਨਾ ਹਟਿਆ, ਇੱਕ ਦਿਨ ਫਿਰ ਤੈਨੂੰ ਆਪਣਾ ਕੀਤਾ ਭੁਗਤਣਾ ਜ਼ਰੂਰ ਕਿੰਨਾ ਪਏਗਾ। ਜਦੋਂ ਸਾਧ ਸੰਗਤ ਜੀ ਭੁਗਤਣ ਦੀ ਕਿੰਨਾ ਵਾਰੀ ਆਈ, ਤੈਨੂੰ ਫਿਰ ਉਦੋਂ ਕਿੰਨਾ ਪਤਾ ਲੱਗੇਗਾ ਜਿਹੜੀ ਗੱਲ ਤੋਂ ਗੁਰੂ ਅਰਜ਼ਦਾ ਹੁੰਦਾ ਸੀ, ਜੇ ਮੈਂ ਰੁਕ ਜਾਣਾ ਤੇ ਅੱਜ ਫਿਰ ਮੇਰੀ ਇਹ ਜਿਹੜੀ ਹਾਲਤ ਨਹੀਂ ਕਿੰਨਾ ਹੋਣੀ ਸੀ। ਸਾਧ ਸੰਗਤ ਜੀ, ਮੈਂ ਥੋੜ੍ਹਾ ਜਿਹਾ ਇਸ ਤੋਂ ਅੱਗੇ ਕਿੰਨਾ ਆਵਾਂ।
ਬਾਬਾ ਕਬੀਰ ਜੀ ਹੋਣੀ ਕਾਂਸ਼ੀ ਦੀ ਧਰਤੀ ਵਿੱਚ ਬੜੇ ਪਿਆਰ ਦੇ ਨਾਲ ਕਿਨਾ ਰਹਿੰਦੇ ਨੇ। ਤੇ ਜਦੋਂ ਕਿਨਾ ਰਹਿੰਦੇ ਸਨ, ਉਸ ਥਾਂ ਦੇ ਉੱਤੇ ਇੱਕ ਪੰਡਿਤ ਸੀ ਤੇ ਉਹ ਬਾਬਾ ਕਬੀਰ ਜੀ ਹੋਣਾ ਦੇ ਨਾਲ ਈਰਖਾ ਕਿਨਾ ਕਰਦਾ ਹੁੰਦਾ ਸੀ। ਉਹਨੇ ਹਰ ਵੇਲੇ ਹਰ ਸਮੇਂ ਬਾਬਾ ਜੀ ਹੋਣਾ ਦੇ ਨਾਲ ਈਰਖਾ ਕਿਨਾ ਕਰਨੀ। ਬਾਬਾ ਕਬੀਰ ਜੀ ਹੋਣਾ ਦੇ ਪੁੱਤਰ ਦਾ ਨਾਂ ਇਤਿਹਾਸ ਵਿੱਚ ਕਮਾਲ ਕਰਕੇ ਕਿਨਾ ਲਿਖਿਆ ਗਿਆ ਹੈ। ਤੇ ਸਾਧ ਸੰਗਤ ਜੀ, ਇੱਕ ਦਿਨ ਬਾਬਾ ਕਬੀਰ ਜੀ ਹੋਣਾ ਦਾ ਸੁਪੁੱਤਰ ਬੜੇ ਪਿਆਰ ਦੇ ਨਾਲ ਉਸ ਪੰਡਿਤ ਦੀ ਕਥਾ ਵਾਰਤਾ ਕਿਨਾ ਸੁਣਨ ਵਾਸਤੇ ਆਇਆ। ਜਦੋਂ ਕਿਨਾ ਕਥਾ ਵਾਰਤਾ ਸੁਣਨ ਵਾਸਤੇ ਆਇਆ ਤੇ ਇਹ ਜਿਹੜਾ ਪੰਡਿਤ ਸੀ, ਇੰਨੇ ਭਗਤ ਕਬੀਰ ਜੀ ਹੋਣਾ ਦੀ ਬੜੀ ਈਰਖਾ ਕਿਨਾ ਕੀਤੀ। ਇੰਨੀ ਕਿਨਾ ਈਰਖਾ ਕਿਨਾ ਕੀਤੀ ਕਿ ਈਰਖਾ ਤੋਂ ਗੱਲ ਸ਼ੁਰੂ ਕੀਤੀ ਤੇ ਈਰਖਾ ਤੇ ਲਿਆ ਕੇ ਖਤਮ ਕਰ ਦਿੱਤੀ। ਜਦੋਂ ਅਖੀਰ ਦੇ ਉੱਤੇ ਕਹਿਣ ਦਾ ਵੇਲਾ ਆਇਆ, ਕਹਿੰਦਾ ਜੀ ਜੇ ਮੈਂ ਕਿਤੇ ਕੋਈ ਗੱਲ ਐਸੀ ਕਿਨਾ ਆਖੀ ਹੋਵੇ ਜਿਹਦੇ ਨਾਲ ਤੁਹਾਡੇ ਖਿਰਦੇ ਨੂੰ ਸੱਟ ਕਿਨਾ ਵੱਜੀ ਹੋਏ ਤੇ ਉਹਦੀ ਮੈਂ ਮਾਫੀ ਕਿਨਾ ਚਾਹੁੰਦਾ। ਬਾਬਾ ਕਬੀਰ ਜੀ ਹੋਣਾ ਦੇ ਜਿਹੜੇ ਸੁਪੁੱਤਰ ਸਨ ਉਹ ਬੜੇ ਪਿਆਰ ਦੇ ਨਾਲ ਕਿਨਾ ਬੈਠੇ ਹੋਏ ਸਨ। ਆਪਣੇ ਮਨ ਵਿੱਚ ਕਿਨਾ ਸੋਚਦੇ ਨੇ ਕਿ ਹੁਣ ਅਖੀਰ ਉੱਤੇ ਇਹ ਸੱਜਣ ਇੱਦਾਂ ਦੀ ਗੱਲ ਲਿਆ ਕੇ ਅੱਗੇ ਕਿਨਾ ਰੱਖਦਾ ਪਿਆ, ਪਰ ਇੰਨੇ ਤੇ ਕੋਈ ਐਸੀ ਗੱਲ ਹੈ ਹੀ ਨਹੀਂ ਜਿਹੜੀ ਈਰਖਾ ਤੋਂ ਬਿਨਾਂ ਨਾ ਕਿਨਾ ਕੀਤੀ ਹੋਵੇ, ਜਿਹੜੀ ਨਿੰਦਿਆ ਤੋਂ ਬਿਨਾਂ ਨਾ ਕਿਨਾ ਕੀਤੀ ਹੋਵੇ। ਇਹਦੀ ਕਥਾ ਦੇ ਸ਼ੁਰੂ ਦੇ ਵਿੱਚ ਵੀ ਨਿੰਦਿਆ ਸੀ, ਵਿਚਕਾਰ ਵੀ ਕਿਨਾ ਨਿੰਦਿਆ ਸੀ, ਜਦੋਂ ਸਮਾਪਤੀ ਦਾ ਵੇਲਾ ਆਇਆ ਉਦੋਂ ਵੀ ਇਹਨੇ ਕਿਨਾ ਨਿੰਦਿਆ ਕੀਤੀ। ਜਦੋਂ ਪੰਡਿਤ ਦੀ ਕਥਾ ਵਾਰਤਾ ਸਮਾਪਤ ਕਿਨਾ ਹੋਈ, ਬਾਬਾ ਕਬੀਰ ਜੀ ਹੋਣਾ ਦਾ ਪੁੱਤਰ ਸਭਾ ਦੇ ਵਿੱਚੋਂ ਉੱਠ ਕਰਕੇ ਜਦੋਂ ਸ਼ਾਮ ਨੂੰ ਘਰ ਕਿਨਾ ਆਇਆ ਤੇ ਇਹਨੇ ਘਰ ਆ ਕੇ ਨਾ ਬੜੇ ਪਿਆਰ ਦੇ ਨਾਲ ਇਹ ਜਿਹੜੀ ਗੱਲ ਬਾਬਾ ਕਬੀਰ ਜੀ ਹੋਣਾ ਦੇ ਅੱਗੇ ਰੱਖੀ। ਬਾਬਾ ਕਬੀਰ ਜੀ ਹੋਣਾ ਨੂੰ ਆਖਣ ਕਿਨਾ ਲੱਗਾ, ਕਹਿਣ ਲੱਗਾ, ਮਹਾਰਾਜ ਜੀ, ਪਿਤਾ ਜੀ, ਉਹ ਫਲਾਨਾ ਜਿਹੜਾ ਪੰਡਿਤ ਹੈ ਉਹਨੇ ਤੁਹਾਡੇ ਨਾਲ ਬੜੀ ਈਰਖਾ ਕਿਨਾ ਕੀਤੀ, ਤੁਹਾਡੀ ਬੜੀ ਉਹ ਕਿਨਾ ਨਿੰਦਿਆ ਕਰਦਾ ਹੈ। ਤੇ ਜਦੋਂ ਇੰਨੀ ਕਿਨਾ ਗੱਲ ਆਖੀ, ਬਾਬਾ ਕਬੀਰ ਜੀ ਹੋਣੀ ਨਾਲੇ ਸੁਣੀ ਜਾਂਦੇ ਨੇ ਨਾਲੇ ਮੁਸਕਰਾਈ ਕਿਨਾ ਜਾਂਦੇ ਨੇ। ਉਹਨੇ ਫਿਰ ਕਿਨਾ ਆਖਿਆ, ਕਹਿਣ ਲੱਗੇ, ਪਿਤਾ ਜੀ, ਮੈਂ ਤੁਹਾਨੂੰ ਗੱਲ ਕਿਨਾ ਦਾ ਦੱਸਦਾ ਪਿਆ ਹਾਂ ਕਿ ਫਲਾਣੇ ਪੰਡਿਤ ਨੇ ਤੁਹਾਡੀ ਬਹੁਤ ਜ਼ਿਆਦਾ ਨਿੰਦਿਆ ਕੀਤੀ। ਤੇ ਬਾਬਾ ਕਬੀਰ ਜੀ ਹੋਣੀ ਨਾ ਇੱਕ ਗੱਲ ਉਹਨੂੰ ਕਿਨਾ ਆਖਣ ਲੱਗੇ, ਕਹਿੰਦੇ, ਸੱਜਣਾ, ਉਹਨੇ ਸਾਡੀ ਜੇ ਨਿੰਦਿਆ ਕੀਤੀ ਆ ਨਾ, ਕਹਿੰਦੇ, ਇਹੋ ਜਿਹੇ ਮਿੱਤਰ ਸਾਨੂੰ ਇਸ ਸੰਸਾਰ ਦੇ ਉੱਤੇ ਕਿਨਾ ਮਿਲ ਨਹੀਂ ਸਕਦੇ। ਸਾਧ ਸੰਗਤ ਜੀ, ਹੁਣ ਅੱਜ ਦਾ ਜਦੋਂ ਅਸੀਂ ਸੰਸਾਰੀ ਕਿਨਾ ਦੇਖਦੇ ਹਾਂ ਸਮਾਂ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਜੇ ਕੋਈ ਬੰਦਾ ਕਿਸੇ ਦੀ ਨਿੰਦਿਆ ਕਿਨਾ ਕਰੇ, ਉੱਥੇ ਦੁਸ਼ਮਣੀ ਕਿਨਾ ਪੈ ਜਾਂਦੀ ਹੈ। ਤੇ ਸਾਧ ਸੰਗਤ ਜੀ, ਰੱਬ ਦੇ ਪਿਆਰਿਆਂ ਦੀ ਚਾਲ ਜਿਹੜੀ ਹੈ ਸੰਸਾਰ ਤੋਂ ਨਿਰਾਲੀ ਕਿਨਾ ਹੁੰਦੀ ਹੈ। ਤੇ ਸਾਧ ਸੰਗਤ ਜੀ, ਬਾਬਾ ਕਬੀਰ ਜੀ ਹੁਣਾਂ ਦੇ ਬੇਟੇ ਨੇ ਆਖਣਾ ਕੀਤਾ, ਕਹਿੰਦੇ, ਪਿਤਾ ਜੀ, ਉਹ ਤੁਹਾਡੀ ਦਿਨ ਪੁਰ ਰਾਤ ਕਿਨਾ ਨਿੰਦਿਆ ਕਰਦਾ ਹੈ। ਤੇ ਸਾਧ ਸੰਗਤ ਜੀ, ਬਾਬਾ ਕਬੀਰ ਜੀ ਹੋਣੀ ਕਹਿੰਦੇ, ਉਹ ਸਾਡੇ ਵਾਸਤੇ ਕੁਝ ਨਾ ਕੁਝ ਤੇ ਕਰਦਾ ਹੈ ਨਾ। ਸੱਜਣਾ, ਤੂੰ ਇੱਦਾਂ ਕਿਨਾ ਕਰਿਆ ਕਰ, ਤੂੰ ਜਾ ਕੇ ਉਹਨਾਂ ਦੀ ਸੇਵਾ ਕਿਨਾ ਕਰਿਆ ਕਰ। ਸਾਧ ਸੰਗਤ ਜੀ, ਬਾਬਾ ਕਬੀਰ ਜੀ ਹੋਣਾ ਦਾ ਪੁੱਤਰ ਕਮਾਲ ਸੀ। ਇਹਨੇ ਜਾ ਕੇ ਉਹ ਪੰਡਿਤ ਦੀ ਸੇਵਾ ਕਿਨਾ ਕਰਨੀ ਸ਼ੁਰੂ ਕੀਤੀ। ਹਰ ਵੇਲੇ ਕਿਨਾ ਸੇਵਾ ਕਰਦਾ ਹੈ, ਹਰ ਸਮੇਂ ਕਿਨਾ ਸੇਵਾ ਕਿਨਾ ਕਰਦਾ ਹੈ। ਤੇ ਸਾਧ ਸੰਗਤ, ਇੱਕ ਦਿਨ ਕਿਨਾ ਐਸਾ ਹੋਇਆ, ਉਹ ਪੰਡਿਤ ਨੇ ਇਹਨੂੰ ਸੱਦ ਕਿਨਾ ਲਿਆ, ਕਮਾਲ ਨੂੰ ਆਪਣੇ ਕੋਲ ਕਿਨਾ ਸੱਦ ਕੇ ਕਹਿਣ ਲੱਗਾ, ਕਹਿੰਦੇ, ਸੱਜਣਾ, ਤੂੰ ਮੇਰੀ ਬੜੇ ਪਿਆਰ ਦੇ ਨਾਲ ਬੜੀ ਲਗਨ ਦੇ ਨਾਲ ਮੇਰੀ ਸੇਵਾ ਕਿਨਾ ਕਰਦਾ ਆ, ਤੂੰ ਕਿਹਦਾ ਪੁੱਤਰ ਆ? ਜਦੋਂ ਬਾਬਾ ਕਬੀਰ ਜੀ ਹੋਣਾ ਦੇ ਸੁਪੁੱਤਰ ਤੋਂ ਉਹਨੇ ਪੁੱਛਿਆ ਤੇ ਬਾਬਾ ਕਬੀਰ ਜੀ ਹੋਣਾ ਦਾ ਸੁਪੁੱਤਰ ਕਮਾਲ ਪੰਡਿਤ ਜੀ ਹੋਣਾ ਨੂੰ ਮੁਖਾਤਬ ਹੋ ਕਰਕੇ ਆਖਣ ਲੱਗਾ, ਕਹਿੰਦੇ, ਪੰਡਿਤ ਜੀ, ਮੈਂ ਬਾਬਾ ਕਬੀਰ ਜੀ ਹੋਣਾ ਦਾ ਸੁਪੁੱਤਰ ਕਿਨਾ ਹਾਂ। ਜਦੋਂ ਬਾਬਾ ਕਬੀਰ ਜੀ ਹੋਣਾ ਦਾ ਨਾਂ ਕਿਨਾ ਸੁਣਿਆ, ਸਾਧ ਸੰਗਤ ਜੀ, ਸੁਣਦਿਆਂ ਸਾਰ ਇਹ ਜਿਹੜਾ ਪੰਡਿਤ ਸੀ ਇਹ ਸ਼ਰਮਸ਼ਾਰ ਕਿਨਾ ਹੋ ਗਿਆ। ਜਦੋਂ ਕਿਨਾ ਬਾਬਾ ਕਬੀਰ ਜੀ ਹੋਣਾ ਦਾ ਨਾਂ ਕਿਨਾ ਸੁਣਿਆ, ਸੁਣਦਿਆਂ ਸਾਰ ਅੰਦਰ ਇਹਨੂੰ ਸ਼ਰਮਿੰਦਗੀ ਮਹਿਸੂਸ ਹੋਈ ਕਿ ਦੇਖੋ ਭਾਈ, ਮੈਂ ਰਾਤ ਪੁਰ ਦਿਨ ਬਾਬਾ ਕਬੀਰ ਜੀ ਹੋਣਾ ਦੀ ਭੰਡੀ ਪ੍ਰਚਾਰ ਕਿਨਾ ਕਰਦਾ ਹਾਂ, ਮੈਂ ਬਾਬਾ ਕਬੀਰ ਜੀ ਹੋਣਾ ਨੂੰ ਰਾਤ ਪੁਰ ਦਿਨ ਨਿੰਦਦਾ ਹਾਂ। ਇਹਦੇ ਅੰਦਰ ਇੱਕ ਸੱਟ ਕਿਨਾ ਵੱਜੀ। ਸੱਟ ਕਿਨਾ ਵੱਜਦਿਆਂ ਸਾਰ ਇਹ ਗੱਲ ਕਿਨਾ ਹੋਈ, ਕਹਿਣ ਲੱਗਾ, ਅੱਜ ਤੋਂ ਬਾਅਦ ਬਾਬਾ ਕਬੀਰ ਜੀ ਹੋਣਾ ਦੀ ਨਿੰਦਿਆ ਨਹੀਂ ਕਰਨੀ। ਇਹ ਆਪਣੇ ਮਨਮਈ ਰੂਪ ਦੇ ਵਿੱਚ ਅੰਦਰੋਂ ਇਹਦੇ ਉਹ ਵਿਚਾਰ ਕਿਨਾ ਫੁਰਦੇ ਨੇ। ਸਾਧ ਸੰਗਤ ਜੀ, ਇਹਨੇ ਬਾਬਾ ਕਬੀਰ ਜੀ ਹੋਣਾ ਦੀ ਨਿੰਦਿਆ ਨੂੰ ਬੰਦ ਕਿਨਾ ਕਰ ਦਿੱਤਾ। ਹੁਣ ਨਹੀਂ ਕਿਨਾ ਨਿੰਦਿਆ ਕਰਦਾ। ਬਾਬਾ ਕਬੀਰ ਜੀ ਹੋਣਾ ਦਾ ਸੁਪੁੱਤਰ ਬੜੇ ਪਿਆਰ ਦੇ ਨਾਲ ਬਾਬਾ ਕਬੀਰ ਜੀ ਹੋਣਾ ਨੂੰ ਆ ਕੇ ਆਖਣ ਲੱਗਾ, ਕਹਿਣ ਲੱਗੇ, ਮਹਾਰਾਜ,
ਉਹਨਾਂ ਨੇ ਆਪ ਜੀ ਦੀ ਨਿੰਦਿਆ ਕਰਨੀ ਬੰਦ ਕਿਨਾ ਕਰ ਦਿੱਤੀ ਆ। ਤੇ ਬਾਬਾ ਕਬੀਰ ਜੀ ਹੁਣੀ ਕਹਿਣ ਲੱਗੇ, ਕਹਿੰਦੇ ਜੇ ਉਹਨਾਂ ਨੇ ਸਾਡੇ ਨਿੰਦਿਆ ਕਿਨਾ ਬੰਦ ਕੀਤੀ, ਅੱਜ ਤੋਂ ਬਾਅਦ ਤੂੰ ਉਹਨਾਂ ਦੀ ਸੇਵਾ ਕਰਨੀ ਬੰਦ ਕਿਨਾ ਕਰਦੇ। ਸਤ ਸੰਗਤ ਜੀ, ਕਮਾਲ ਪੁੱਤਰ ਨੇ ਬਾਬਾ ਕਬੀਰ ਜੀ ਦਾ ਹੁਕਮ ਬੜੇ ਪਿਆਰ ਦੇ ਨਾਲ ਕਿਨਾ ਸਿਰ ਮੱਥੇ ਉੱਤੇ ਮੰਨਿਆ। ਬਚਨ ਕਿਨਾ ਸਿਰ ਮੱਥੇ ਉੱਤੇ ਮੰਨਦਿਆਂ ਸਾਰ ਹੱਥ ਜੋੜ ਕੇ ਆਪਣੀ ਪਿਤਾ ਜੀ ਦੀ ਆਗਿਆ ਨੂੰ ਆਪਣੇ ਹਿਰਦੇ ਵਿੱਚ ਵਸਾ ਕਿਨਾ ਲਿਆ, ਔਰ ਇਹਨਾਂ ਨੇ ਪੰਡਤ ਦੇ ਕੋਲ ਜਾਣਾ ਬੰਦ ਕਿਨਾ ਕਰ ਦਿੱਤਾ। ਹੁਣ ਉਧਰ ਕਿਨਾ ਜਦੋਂ ਪੰਡਤ ਨੂੰ ਪਤਾ ਲੱਗਾ ਤੇ ਸਤ ਸੰਗਤ ਜੀ ਆਪਣੇ ਕੀਤੇ ਗੁਨਾਹ ਦੀ ਕਿਨਾ ਮਾਫੀ ਮੰਗਣ ਵਾਸਤੇ ਅੱਜ ਦੌੜਿਆ ਕਿਨਾ ਆਉਂਦਾ ਹੈ ਬਾਬਾ ਕਬੀਰ ਜੀ ਹੁਣਾਂ ਦੇ ਚਰਨਾਂ ਦੇ ਉੱਤੇ ਆ ਕਰਕੇ ਇੰਨੇ ਬੜੇ ਪਿਆਰ ਦੇ ਨਾਲ ਸੀਸ ਕਿਨਾ ਰੱਖ ਦਿੱਤਾ। ਸੀਸ ਕਿਨਾ ਰੱਖਦਿਆਂ ਸਾਰ ਹੱਥ ਜੋੜ ਕੇ ਕਿਨਾ ਮਾਫੀ ਮੰਗੀ, ਕਹਿਣ ਲੱਗੇ ਅੱਜ ਤੋਂ ਬਾਅਦ ਮੈਂ ਆਪ ਜੀ ਦੀ ਕਦੀ ਵੀ ਨਿੰਦਿਆ ਨਹੀਂ ਕਿਨਾ ਕਰਾਂਗਾ। ਸਤ ਸੰਗਤ ਜੀ, ਜਦੋਂ ਅਸੀਂ ਉਹਨਾਂ ਦੀ ਬਾਣੀ ਕਿਨਾ ਪੜ੍ਹਦੇ ਹਾਂ ਤੇ ਇਹ ਜਿਹੜੇ ਬਚਨ ਜਿਹੜੇ ਇੱਕ ਉਥਾਨਕਾ ਦੇ ਰੂਪ ਵਿੱਚ ਮੈਂ ਆਪ ਜੀ ਦੇ ਅੱਗੇ ਕਿਨਾ ਰੱਖੇ ਹਨ, ਇਹਨਾਂ ਦੀ ਗਵਾਹੀ ਸਾਨੂੰ ਬਾਣੀ ਵਿੱਚ ਕਿਨਾ ਮਿਲਦੀ ਆ। ਬਾਬਾ ਕਬੀਰ ਜੀ ਹੁਣੀ ਕਹਿੰਦੇ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਤੇ ਅਗਲੇ ਜਿਹੜੇ ਕਿਨਾ ਬਚਨ ਉਹਨਾਂ ਨੇ ਕਿਨਾ ਆਖੇ ਨੇ, ਕਹਿਣ ਲੱਗੇ ਨਿੰਦਾ ਹੋਏ ਤਾਂ ਬੈਕੁੰਠ ਜਾਈਏ। ਸਤ ਸੰਗਤ ਜੀ, ਜਿਹੜੇ ਸੱਜਣ ਦੀ ਕਿਨਾ ਨਿੰਦਿਆ ਕਿਨਾ ਹੋਵੇ, ਬਾਬਾ ਕਬੀਰ ਜੀ ਹੁਣੇ ਕਹਿੰਦੇ ਉਹਨੂੰ ਇੱਕ ਦਿਨ ਬੈਕੁੰਠ ਧਾਮ ਕਿਨਾ ਮਿਲਦਾ ਹੈ। ਸਤ ਸੰਗਤ ਜੀ, ਇਹ ਜਿੰਨੇ ਕਿਨਾ ਬਚਨ ਨੇ ਇਹ ਕਿਨਾ ਰੂਹਾਨੀਅਤ ਦੇ ਕਿਨਾ ਬਚਨ ਨੇ। ਕਹਿਣ ਲੱਗੇ ਜਿਹੜੇ ਸੱਜਣ ਦੀ ਕਿਨਾ ਨਿੰਦਿਆ ਕਿਨਾ ਹੋਵੇ ਨਾ, ਉਹਨੂੰ ਅਕਾਲ ਪੁਰਖ ਦੇ ਘਰ ਦੇ ਵਿੱਚ ਥਾਂ ਕਿਨਾ ਮਿਲਦੀ ਆ। ਤੇ ਸਤ ਸੰਗਤ ਜੀ, ਕਿਉਂਕਿ ਨਿੰਦਿਆ ਕਰਨ ਵਾਲਾ ਜਿਹੜਾ ਹੈ ਉਹ ਜਿਸ ਸੱਜਣ ਦੀ ਨਿੰਦਿਆ ਕਿਨਾ ਹੁੰਦੀ ਪਈ ਆ ਉਹਨੂੰ ਹਰ ਵੇਲੇ ਸੁਚੇਤ ਕਿਨਾ ਰੱਖਦਾ ਹੈ। ਤੇ ਇਹ ਜਿਹੜੇ ਬਚਨ ਇਹ ਬਾਬਾ ਕਬੀਰ ਜੀ ਹੁਣਾਂ ਨੇ ਆਪਣੀ ਬਾਣੀ ਦੇ ਅੰਦਰ ਬੜੇ ਪਿਆਰ ਦੇ ਨਾਲ ਆਖੇ ਨੇ, ਜਿਨ੍ਹਾਂ ਨੂੰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਮੋਹਰ ਕਿਨਾ ਦੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਸ਼ਾਮਲ ਕਰਕੇ ਸਾਡੇ ਅੱਗੇ ਕਿਨਾ ਰੱਖ ਦਿੱਤੇ। ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਾਮ ਪਦਾਰਥ ਮਨੈ ਬਸਾਈਏ। ਤੇ ਅੱਗੇ ਕਿਨਾ ਆਖਿਆ, ਹਿਰਦੈ ਸੁਧ ਜੋ ਨਿੰਦਾ ਹੋਏ। ਕਹਿਣ ਲੱਗੇ ਜੇ ਕਿਤੇ ਤੇਰਾ ਹਿਰਦਾ ਸ਼ੁੱਧ ਹੈ, ਤੇਰੇ ਹਿਰਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਹੀਂ, ਪਰ ਫਿਰ ਵੀ ਜੇ ਤੇਰੀ ਨਿੰਦਿਆ ਕਿਨਾ ਹੁੰਦੀ ਪਈ ਆ, ਹਿਰਦੈ ਸੁੱਧ, ਜੇ ਤੇਰਾ ਅੰਦਰ ਪਾਕ ਹੈ, ਜੇ ਤੇਰਾ ਹਿਰਦਾ ਪਵਿੱਤਰ ਕਿਨਾ ਹੈ, ਜੋ ਨਿੰਦਾ ਹੋਏ, ਜੇ ਕਹਿੰਦੇ ਤੇਰੀ ਕਿਨਾ ਨਿੰਦਿਆ ਕਿਨਾ ਹੁੰਦੀ ਪਈ ਆ ਨਾ, ਤੂੰ ਪਾਕ ਹਿਰਦੇ ਵਾਲਾ ਹੋ ਕੇ ਵੀ ਜੇ ਲੋਕ ਸੰਸਾਰ ਦੇ ਜੀਵ ਤੇਰੀ ਨਿੰਦਿਆ ਕਿਨਾ ਕਰਦੇ ਪਏ ਨੇ, ਤੇ ਚੇਤਾ ਰੱਖੀ ਹਿਰਦੈ ਸੁਧ ਜੋ ਨਿੰਦਾ ਹੋਏ, ਹਮਰੇ ਕੱਪਰੇ ਨਿੰਦਕ ਕਿਨਾ ਧੋਏ। ਸਤ ਸੰਗਤ ਜੀ, ਇਹ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਮੈਂ ਇਹ ਬਚਨ ਫਿਰ ਆਪ ਜੀ ਦੇ ਅੱਗੇ ਰੱਖਾਂ। ਹਿਰਦੈ ਸੁਧ ਜੋ ਨਿੰਦਾ ਹੋਏ, ਹਮਰੇ ਕੱਪਰੇ ਨਿੰਦਕ ਧੋਏ। ਤੇ ਅਗਲਾ ਜਿਹੜਾ ਬਚਨ ਹੈ ਉਹ ਮਹਾਰਾਜ ਨੇ ਬੜੇ ਪਿਆਰ ਦੇ ਨਾਲ ਕਿਨਾ ਸਾਡੇ ਅੱਗੇ ਕਿਨਾ ਰੱਖਿਆ ਹੋਇਆ ਹੈ, ਔਰ ਅੱਗੇ ਰੱਖ ਕੇ ਚੰਗੀ ਤਰ੍ਹਾਂ ਮਹਾਰਾਜ ਨੇ ਬਾਬਾ ਕਬੀਰ ਜੀ ਹੁਣਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵਿੱਚ ਇਹ ਜਿਹੜਾ ਬਚਨ ਉਹ ਅੰਕਿਤ ਕਿਨਾ ਹੈ। ਸਤ ਸੰਗਤ ਜੀ, ਅੱਗੇ ਆਖਿਆ, ਨਿੰਦਾ ਕਰੈ ਸੋ ਹਮਰਾ ਮੀਤ। ਜਿਹੜਾ ਕਹਿੰਦੇ ਸਾਡੀ ਨਿੰਦਿਆ ਕਿਨਾ ਕਰਦਾ ਪਿਆ ਹੈ ਨਾ, ਉਹ ਭਾਈ ਸਾਡਾ ਮਿੱਤਰ ਹੈ। ਇਸ ਕਿਨਾ ਮਿੱਤਰ ਵਰਗਾ ਸਾਨੂੰ ਸੰਸਾਰ ਦੇ ਉੱਤੇ ਕੋਈ ਦੂਜਾ ਮਿੱਤਰ ਹੋਰ ਨਹੀਂ ਮਿਲਣਾ। ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਤੇ ਅੱਗੇ ਕਿਨਾ ਆਖਿਆ, ਕਹਿਣ ਲੱਗੇ ਨਿੰਦਕ ਸੋ ਜੋ ਨਿੰਦਾ ਖੋਰੈ। ਸਤ ਸੰਗਤ ਜੀ, ਬਾਬਾ ਕਬੀਰ ਜੀ ਹੁਣੀ ਕਹਿੰਦੇ ਨੇ, ਜਿਹੜਾ ਸੱਜਣ ਸਾਡੇ ਔਗਣਾਂ ਨੂੰ ਕਿਨਾ ਨਸ਼ਰ ਹੋਣ ਤੋਂ ਕਿਨਾ ਰੋਕੇ, ਅਸਲ ਵਿੱਚ ਕਿਨਾ ਨਿੰਦਕ ਉਹ ਹੈ। ਹੁਣ ਸਤ ਸੰਗਤ ਜੀ, ਜਿਹੜਾ ਰੱਬ ਦਾ ਪਿਆਰਾ ਹੈ, ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਕਿਨਾ ਪੜ੍ਹਦੇ ਹਾਂ, ਸੰਸਾਰ ਵਿੱਚ ਰਹਿਣ ਵਾਲੇ ਕਿਸੇ ਜੀਵ ਦੀ ਨਿੰਦਿਆ ਕਿਨਾ ਹੋਵੇ ਤੇ ਉਹਨੂੰ ਚੰਗੀ ਨਹੀਂ ਕਿਨਾ ਲੱਗਦੀ। ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਕਿਨਾ ਨਿੰਦਿਆ ਨੂੰ ਬੜੇ ਪਿਆਰ ਨਾਲ ਸਵੀਕਾਰ ਕਿਨਾ ਕਰਦੇ। ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਤੇ ਅੱਗੇ ਕਿਨਾ ਜਿਹੜੀ ਉਹਨਾਂ ਨੇ ਗੱਲ ਆਖੀ ਆ, ਕਹਿਣ ਲੱਗੇ ਨਿੰਦਕ ਸੋ ਜੋ ਨਿੰਦਾ ਹੋਰੈ, ਹਮਰਾ ਜੀਵਨ ਨਿੰਦਕ ਲੋਰੈ। ਕਹਿਣ ਲੱਗੇ ਨੇ ਸਾਡਾ ਜਿਹੜਾ ਜੀਵਨ ਆ ਨਾ, ਅਸਲ ਵਿੱਚ ਨਿੰਦਿਆ ਕਰਨ ਵਾਲਾ ਉਹਨੂੰ ਚੰਗਾ ਕਿਨਾ ਬਣਾਉਂਦਾ ਪਿਆ ਹੈ। ਕਿਉਂਕਿ ਜਦੋਂ ਕਿਸੇ ਸੱਜਣ ਦੀ ਕਿਨਾ ਨਿੰਦਿਆ ਕਿਨਾ ਹੋਏਗੀ, ਮੈਂ ਸੰਸਾਰ ਦੀ ਗੱਲ ਨਹੀਂ ਕਰਦਾ ਪਿਆ, ਇੱਥੇ ਕਿਨਾ ਮਹਾਤਮਾ ਦੀ ਕਿਨਾ ਗੱਲ ਆ, ਜਦੋਂ ਕਿਨਾ ਕਿਸੇ ਮਹਾਤਮਾ ਦੀ ਨਿੰਦਿਆ ਕਿਨਾ ਹੋਏਗੀ,
ਉਹ ਹਰ ਵੇਲੇ ਸੁਚੇਤ ਕਿਨਾ ਹੋ ਜਾਂਦਾ ਹੈ। ਉਹ ਹਰ ਵੇਲੇ ਕਿਨਾ ਬਿਲਕੁਲ ਸੁਚੇਤ ਹੋ ਕਰਕੇ ਬੈਠਾ ਰਹਿੰਦਾ ਹੈ। ਕਿਉਂ? ਕਿਉਂਕਿ ਅਸਲ ਵਿੱਚ ਉਹਨੂੰ ਇਹ ਹੁੰਦਾ ਹੈ ਕਿਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਇਹਦੀ ਨਿੰਦਿਆ ਦੇ ਦੁਆਰਾ ਮੈਂ ਵਿਸਰ ਨਾ ਜਾਵਾਂ। ਜਿੰਨੀ ਉਹਦੀ ਸੰਸਾਰ 'ਤੇ ਨਿੰਦਿਆ ਕਿਨਾ ਹੋਏਗੀ, ਉਹਨਾਂ ਕਿਨਾ ਉਹ ਸੱਜਣ ਅਕਾਲ ਪੁਰਖ ਵਾਹਿਗੁਰੂ ਨੂੰ ਸਮਰਪਣ ਕਿਨਾ ਹੁੰਦਾ ਜਾਏਗਾ। ਸਤ ਸੰਗਤ ਜੀ, ਨਿੰਦਿਆ ਜਿਹੜੀ ਹੈ ਮਹਾਰਾਜ ਕਿਨਾ ਬਾਣੀ ਵਿੱਚ ਕਿਨਾ ਕਹਿੰਦੇ ਨੇ, ਇਹ ਚੰਗੀ ਨਹੀਂ। ਪਰ ਜਦੋਂ ਕਿਸੇ ਮਹਾਤਮਾ ਦੀ ਕਿਨਾ ਨਿੰਦਿਆ ਕੋਈ ਹੁੰਦੀ ਹੈ ਸੰਸਾਰ ਦੇ ਉੱਤੇ, ਸਤ ਸੰਗਤ ਜੀ, ਉਹ ਨਿੰਦਿਆ ਨੂੰ ਪ੍ਰਵਾਨ ਕਿਨਾ ਕਰਦਾ ਹੋਇਆ ਆਪਣਾ ਜਿਹੜਾ ਅੰਦਰ ਹੈ ਉਹ ਆਪਣੇ ਪਿਆਰੇ ਅਲ ਨੂੰ ਵਹਾ ਕਿਨਾ ਦਿੰਦਾ ਹੈ। ਅੱਗੇ ਆਖਿਆ ਨਿੰਦਾ ਹਮਰੀ ਪ੍ਰੇਮ ਪਿਆਰ। ਬਾਬਾ ਕਬੀਰ ਜੀ ਹੁਣੀ ਕਹਿੰਦੇ ਨੇ, ਕਹਿਣ ਲੱਗੇ ਭਾਈ ਸੱਜਣਾ, ਨਿੰਦਿਆ ਹਮਰੀ ਪ੍ਰੇਮ ਪਿਆਰ, ਨਿੰਦਾ ਹਮਰਾ ਕਰੈ ਉਧਾਰ। ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਸਤ ਸੰਗਤ ਜੀ, ਜਿਹੜਾ ਨਿੰਦਿਆ ਕਿਨਾ ਕਰਨ ਵਾਲਾ ਸੱਜਣ ਹੈ ਉਹ ਇੱਕ ਦਿਨ ਡੁੱਬ ਕਿਨਾ ਜਾਂਦਾ ਹੈ। ਜਿਹੜੇ ਸੱਜਣ ਦੀ ਕਿਨਾ ਨਿੰਦਿਆ ਹੁੰਦੀ ਪਈ ਆ ਉਹ ਇੱਕ ਦਿਨ ਸੰਸਾਰ ਭਵਜਲ ਸੰਸਾਰ ਤੋਂ ਅੱਗੇ ਪਾਰ ਕਿਨਾ ਹੋ ਜਾਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਜਦੋਂ ਅਸੀਂ ਕਿਨਾ ਪੜ੍ਹਦੇ ਹਾਂ, ਔਰ ਮਹਾਰਾਜ ਨੇ ਹੋਰ ਬੜਾ ਕਿਨਾ ਬਚਨ ਸਾਨੂੰ ਖੋਲ੍ਹ ਕੇ ਬਾਬਾ ਰਵਿਦਾਸ ਜੀ ਹੁਣਾਂ ਨੇ ਆਖਿਆ, ਕਹਿਣ ਲੱਗੇ ਨੇ, ਜੇ ਉਹ 68 ਤੀਰਥ ਨਹਾਵੈ, ਜੇ ਉਹ 68 ਤੀਰਥ ਨਹਾਵੈ, ਕਹਿਣ ਲੱਗੇ ਜੇ ਕੋਈ ਸੱਜਣ 68 ਕਿਨਾ ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਿਨਾ ਕਰੇ। ਹੁਣ ਸਤ ਸੰਗਤ ਜੀ, ਇਸ਼ਨਾਨ ਕਿਨਾ ਭਾਵੇਂ ਬੰਦਾ ਸਾਰਾ ਦਿਨ ਹੀ ਕਿਨਾ ਕਰਦਾ ਰਹੇ, ਭਾਵੇਂ ਕਦੀ ਕਿਸੇ ਤੀਰਥ 'ਤੇ ਇਸ਼ਨਾਨ ਕਰੇ, ਭਾਵੇਂ ਕਦੀ ਕਿਸੇ ਤੀਰਥ ਉੱਤੇ ਇਸ਼ਨਾਨ ਕਿਨਾ ਕਰੇ, ਬਾਬਾ ਰਵਿਦਾਸ ਜੀ ਹੁਣੇ ਕਹਿੰਦੇ ਚੇਤਾ ਰੱਖੀ, ਜੇ ਤੇਰੇ ਅੰਦਰ ਕਿਨਾ ਨਿੰਦਿਆ ਰੂਪੀ ਕੋੜ ਹੈ ਤੇ ਜਿੰਨਾ ਮਰਜੀ ਕਹਿੰਦੇ 68 ਤੀਰਥਾਂ ਦੇ ਉੱਤੇ ਜਾ ਕੇ ਇਸ਼ਨਾਨ ਕਰੀ, ਇਹਦਾ ਕੋਈ ਫਾਇਦਾ ਨਹੀਂ ਹੋਣਾ। ਜੇ ਉਹ 68 ਤੀਰਥ ਨਹਾਵੈ, ਜੇ ਉਹ ਦੁਆਦਸ ਸਿਲਾ ਪੂਜਾਵੈ। ਹੁਣ ਇੱਥੇ ਦੁਆਦਸ ਕਹਿੰਦੇ ਨੇ, ਦੁਆ ਕਹਿੰਦੇ 2 ਨੂੰ 10, 10 ਤੇ 2 ਦੁਆਦਸ ਦਾ ਭਾਵ ਹੁੰਦਾ 12। ਜੇ ਕਹਿੰਦੇ ਉਹ 12 ਸ਼ਿਵਲਿੰਗਾਂ ਦੀ ਪੂਜਾ ਵੀ ਕਿਨਾ ਕਰਦਾ ਹੈ। ਹੁਣ ਬਾਬਾ ਰਵਿਦਾਸ ਜੀ ਹੁਣਾਂ ਦਾ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਹੈ। ਜਿਹੜੇ ਸੱਜਣ ਨਿੰਦਿਆ ਕਰਦੇ ਹਨ ਉਹਨਾਂ ਦਾ ਹਾਲ ਕੀ ਹੁੰਦਾ, ਉਹਨੂੰ ਬਿਆਨ ਕਿਨਾ ਕਰਦਾ ਪਿਆ ਹੈ। ਸਤ ਸੰਗਤ ਜੀ, ਇਸੇ ਕਰਕੇ ਕਿਨਾ ਮਹਾਰਾਜ ਕਿਨਾ ਬਾਣੀ ਵਿੱਚ ਕਹਿੰਦੇ, ਉਹ ਸੱਜਣਾ ਐਵੇਂ ਕਿਤੇ ਨਿੰਦਿਆ ਨਾ ਕਿਨਾ ਕਰਦਾ ਫਿਰੀ। ਜੇ ਤੇਰੇ ਚਿੰਤਨ ਵਿੱਚ ਕਿਨਾ ਨਿੰਦਿਆ ਹੈ ਤਾਂ ਗੁਰੂ ਕੋਲ ਜਾ ਕੇ ਉਹ ਨਿੰਦਿਆ ਦਾ ਤਿਆਗ ਕਿਨਾ ਕਰਦੇ, ਨਹੀਂ ਤੇ ਫਿਰ ਤੇਰੀ ਉਹ ਹਾਲਤ ਹੋਏਗੀ ਜਿਹੜੀ ਹਾਲਤ ਨੂੰ ਬਾਬਾ ਰਵਿਦਾਸ ਜੀ ਹੁਣੇ ਕਿਨਾ ਬਿਆਨ ਕਰਕੇ ਸਾਡੇ ਅੱਗੇ ਕਿਨਾ ਰੱਖਦੇ ਪਏ ਨੇ। ਮੈਂ ਇਹ ਬਚਨ ਫਿਰ ਆਖਾਂ, ਜੇ ਉਹ 68 ਤੀਰਥ ਨਹਾਵੈ, ਜੇ ਉਹ ਦੁਆਦਸ ਸਿਲਾ ਪੂਜਾਵੈ, ਜੇ ਉਹ ਕੂਪ ਤੱਟਾ ਦਿਵਾਵੈ, ਕਰੈ ਨਿੰਦ ਸਭ ਬਿਰਥਾ ਜਾਵੇ। ਮਹਾਰਾਜ ਕਹਿੰਦੇ ਸੱਜਣਾ, ਜੇ ਤੂੰ ਕਿਸੇ ਸੱਜਣ ਦੀ ਕਿਨਾ ਨਿੰਦਿਆ ਕਿਨਾ ਕਰਨ ਕਿਨਾ ਲੱਗਿਆ, ਤੂੰ ਜਿਹੜੇ ਦਾਨ ਪੁੰਨ ਕਿਨਾ ਕਰਦਾ ਪਿਆ ਹੈ, ਜਿਹੜੇ ਤੂੰ ਤੀਰਥ ਇਸ਼ਨਾਨ ਕਿਨਾ ਕਰਦਾ ਪਿਆ ਹੈ, ਕਹਿਣ ਲੱਗੇ ਤੇਰੇ ਸਾਰੇ ਕਿਨਾ ਬਿਅਰਥ ਕਿਨਾ ਹੋ ਜਾਣਗੇ। ਸਤ ਸੰਗਤ ਜੀ, ਜਦੋਂ ਅਸੀਂ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੂੰ ਪੜ੍ਹਦੇ ਹਾਂ ਤੇ ਭਾਈ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਨਿੰਦਿਆ ਦੀ ਕਿਨਾ ਤਸ਼ਵੀਹ ਹੈ ਜਿਹੜੀ ਉਹ ਨਿੰਦਕ ਔਰ ਸੰਸਾਰ ਵਿੱਚ ਰਹਿਣ ਵਾਲੇ ਜਿਹੜੇ ਪਸ਼ੂ ਪੰਛੀ ਉਹਨਾਂ ਦੇ ਨਾਲ ਕਿਨਾ ਦੇ ਕਰਕੇ ਤੇ ਅਖੀਰ ਉੱਤੇ ਇਹ ਜਿਹੜੀ ਗੱਲ ਬਿਆਨ ਕੀਤੀ ਆ ਕਿ ਨਿੰਦਿਆ ਕਰਨ ਵਾਲਾ ਸੱਜਣ ਇੱਕ ਦਿਨ ਆਪਣੀ ਜੜ ਨੂੰ ਆਪ ਹੱਥ ਕਿਨਾ ਪਾ ਲੈਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਹੋਣੇ ਜਦੋਂ ਅਸੀਂ ਉਹਨਾਂ ਦੀ ਬਾਣੀ ਕਿਨਾ ਪੜ੍ਹਦੇ ਹਾਂ ਤੇ ਉਹਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੇ ਨਾ ਨਿੰਦਿਆ ਕਿਨਾ ਕਰਨ ਵਾਲੇ ਸੱਜਣ ਉਹਨਾਂ ਦੀ ਤਸ਼ਵੀਹ ਕਦੇ ਕੁੱਤੇ ਦੇ ਨਾਲ ਕਿਨਾ ਦਿੰਦੇ ਨੇ, ਕਦੀ ਸੱਪ ਦੇ ਨਾਲ ਕਿਨਾ ਦਿੰਦੇ ਨੇ, ਕਦੀ ਕਿਨਾ ਪਿਆਰੀ ਸਤ ਸੰਗਤ ਜੀ ਪੱਥਰ ਦੇ ਨਾਲ, ਤੇ ਅਖੀਰ ਉੱਤੇ ਜਿਹੜੀ ਗੱਲ ਕਿਨਾ ਕਹਿੰਦੇ ਨੇ, ਨਿੰਦਿਆ ਕਰਨ ਵਾਲਾ ਸੱਜਣ ਇੱਕ ਦਿਨ ਆਪਣੀ ਜੜ ਨੂੰ ਇਸ ਸੰਸਾਰ ਤੋਂ ਖਤਮ ਕਿਨਾ ਕਰ ਲੈਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਬੜੇ ਪਿਆਰ ਦੇ ਨਾਲ ਇਹ ਬਚਨ ਸਾਡੇ ਅੱਗੇ ਕਿਨਾ ਰੱਖੇ ਨੇ। ਉਹ ਬਚਨ ਇਹ ਨੇ, ਕਹਿਣ ਲੱਗੇ ਨੇ, ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੈ। ਹੁਣ ਜੇ ਕੋਈ ਕਹਿੰਦੇ ਕੁੱਤੇ ਨੂੰ ਕੋਈ ਰਾਜ ਭਾਗ ਦਾ ਮਾਲਕ ਬਣਾ ਦੇਵੇ ਤੇ ਸਤ ਸੰਗਤ ਜੀ, ਉਹ ਰਾਜ ਭਾਗ ਦਾ ਮਾਲਕ ਕਿਨਾ ਬਣ ਕੇ ਵੀ ਚੱਕੀ ਨੂੰ ਮੂੰਹ ਮਾਰਨਾ ਨਹੀਂ ਹਟਦਾ। ਮੈਂ ਇਹ ਫਿਰ ਬਚਨ ਆਪ ਜੀ ਦੇ ਅੱਗੇ ਕਿਨਾ ਰੱਖਾਂ, ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ, ਤੇ ਅੱਗੇ ਕਿਨਾ ਆਖਿਆ, ਸੱਪੈ ਦੁੱਧ ਪਿਆਲੀ ਹੈ
ਵਿਹੁ ਮੁਖੋ ਸੱਟੈ। ਜੇ ਕੋਈ ਕਿਨਾ ਸੱਜਣ ਸੱਪ ਨੂੰ ਦੁੱਧ ਕਿਨਾ ਪਿਆਏ ਔਰ ਸੱਪ ਨੂੰ ਕਿਨਾ ਦੁੱਧ ਪਿਆ ਕਰਕੇ ਇਹ ਜਿਹੜੇ ਗੱਲ ਕਿਨਾ ਆਖੇ ਕਿ ਇਹਦੇ ਮੂੰਹ ਦੇ ਵਿੱਚੋਂ ਅੰਮ੍ਰਿਤ ਕਿਨਾ ਨਿਕਲੇ, ਸਤ ਸੰਗਤ ਜੀ ਇਹ ਕਦੀ ਹੋ ਨਹੀਂ ਸਕਦਾ। ਕਿਉਂਕਿ ਜਿਹੜਾ ਵੀ ਸੱਜਣ ਕਿਨਾ ਸੱਪ ਨੂੰ ਦੁੱਧ ਕਿਨਾ ਪਿਆਏਗਾ, ਸੱਪ ਦੇ ਮੂੰਹ ਦੇ ਵਿੱਚੋਂ ਜ਼ਹਿਰ ਕਿਨਾ ਆਉਣੀ ਹੈ। ਸੱਪ ਕਦੀ ਵੀ ਦੁੱਧ ਕਿਨਾ ਪੀਣ ਤੋਂ ਬਾਅਦ ਵੀ ਆਪਣੀ ਜਿਹੜੀ ਜ਼ਹਿਰ ਹੈ ਉਹਨੂੰ ਖਤਮ ਨਹੀਂ ਕਰਦਾ। ਉਹਦੀ ਜਿਹੜੀ ਜ਼ਹਿਰ ਹੈ ਉਹ ਦੁੱਧ ਦੇ ਵਿੱਚ ਕਦੀ ਤਬਦੀਲ ਹੀ ਨਹੀਂ ਹੋ ਸਕਦੀ। ਅਤੇ ਇਹ ਜਿਹੜੀ ਗੱਲ ਭਾਈ ਗੁਰਦਾਸ ਜੀ ਕਹਿੰਦੇ ਨੇ, ਇਹ ਜਿਹੜੀ ਦੂਸਰੀ ਹਾਲਤ ਕਿਨਾ ਨਿੰਦਿਆ ਕਰਨ ਵਾਲੇ ਦੀ ਆ, ਉਹਦਾ ਜਿਹੜਾ ਅੰਦਰ ਹੈ ਉਹ ਕਿਨਾ ਸੱਪ ਦੀ ਨਿਆਈ ਹੋ ਕਿਨਾ ਜਾਂਦਾ। ਪਹਿਲਾਂ ਆਖਿਆ ਨਿੰਦਿਆ ਕਰਨ ਵਾਲੇ ਦਾ ਅੰਦਰ ਕੁੱਤੇ ਦੀ ਕਿਨਾ ਨਿਆਈ ਹੈ, ਅਤੇ ਦੂਸਰੀ ਥਾਂ ਦੇ ਉੱਤੇ ਇਹ ਜਿਹੜੀ ਗੱਲ ਕਿਨਾ ਆਖੀ, ਕਹਿਣ ਲੱਗੇ ਨਿੰਦਿਆ ਕਰਨ ਵਾਲੇ ਦਾ ਜਿਹੜਾ ਅੰਦਰ ਹੈ ਉਹ ਕਿਨਾ ਸੱਪ ਦੀ ਨਿਆਈ ਕਿਨਾ ਹੋ ਜਾਂਦਾ ਹੈ। ਅਤੇ ਹੁਣ ਤੀਸਰੀ ਥਾਂ ਦੇ ਉੱਤੇ ਪੱਥਰ ਪਾਣੀ ਰੱਖੀਐ ਮਨ ਹੱਥ ਨਾ ਘਟੈ। ਭਾਈ ਗੁਰਦਾਸ ਜੀ ਹੁਣ ਕਹਿੰਦੇ ਨੇ ਤੀਸਰੀ ਥਾਂ ਉੱਤੇ ਜਿਹੜਾ ਨਿੰਦਕ ਹੈ ਉਹਦੀ ਅੰਦਰਲੀ ਕਿਨਾ ਹਾਲਤ ਇੱਦਾਂ ਦੀ ਹੋ ਜਾਂਦੀ ਹੈ ਜਿਵੇਂ ਕਿਨਾ ਪੱਥਰ ਕਿਨਾ ਹੋਵੇ। ਸਤ ਸੰਗਤ ਜੀ, ਜੇ ਕੋਈ ਬੰਦਾ ਪੱਥਰ ਨੂੰ ਪਾਣੀ ਦੇ ਵਿੱਚ ਰੱਖੇ ਨਾ, ਅਤੇ ਪੱਥਰ ਨੂੰ ਪਾਣੀ ਦੇ ਵਿੱਚ ਰੱਖ ਕੇ ਇਹ ਜਿਹੜੀ ਗੱਲ ਕਿਨਾ ਸਾਡੇ ਅੱਗੇ ਕਿਨਾ ਆਖੇ ਕਿ ਪੱਥਰ ਨੂੰ ਪਾਣੀ ਵਿੱਚ ਕਿਨਾ ਰੱਖ ਦਿੱਤਾ, ਇਹ ਨਰਮ ਕਿਨਾ ਹੋ ਜਾਏਗਾ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿੰਨਾ ਮਰਜ਼ੀ ਕਹਿੰਦੇ ਤੂੰ ਪੱਥਰ ਨੂੰ ਪਾਣੀ ਦੇ ਵਿੱਚ ਰੱਖ, ਉਹਦੇ ਅੰਦਰ ਕਹਿੰਦੇ ਕਦੀ ਨਰਮਤਾਈ ਆ ਹੀ ਨਹੀਂ ਸਕਦੀ। ਅਤੇ ਸਤ ਸੰਗਤ ਜੀ, ਜਿਹੜਾ ਨਿੰਦਿਆ ਕਰਨ ਵਾਲਾ ਹੈ, ਨਿੰਦਿਆ ਕਰਨ ਵਾਲੇ ਦਾ ਜਿਹੜਾ ਅੰਦਰ ਹੈ ਉਹ ਕਿੰਨਾ ਪੱਥਰ ਦੀ ਨਿਆਈ ਕਠੋਰ ਕਿੰਨਾ ਹੋ ਜਾਂਦਾ ਹੈ। ਅਤੇ ਸਤ ਸੰਗਤ ਜੀ, ਚੌਥੀ ਥਾਂ ਦੇ ਉੱਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੇ ਬੜੇ ਪਿਆਰ ਦੇ ਨਾਲ ਕਿੰਨਾ ਆਖਿਆ ਹੈ, ਕਹਿਣ ਲੱਗੇ ਨੇ ਚੋਆ ਚੰਦਨ ਪਰ ਹਰ ਹੈ। ਫਿਰ ਮੈਂ ਇਹ ਬਚਨ, ਚੋਆ ਚੰਦਨ ਪਰ ਹਰੈ ਖਰ ਖੇਪ ਪਲਟੈ। ਕਹਿਣ ਲੱਗੇ ਨੇ ਇੱਕ ਜਿਹੜਾ ਖੋਤਾ ਹੁੰਦਾ ਨਾ, ਖੋਤੇ ਨੂੰ ਬੰਦਾ ਨੁਹਾ ਧੁਆ ਕੇ ਜਦੋਂ ਰੱਖਦਾ ਆ ਅਤੇ ਉਹ ਅਖੀਰੀ ਫਿਰ ਜਾ ਕੇ ਖੇਹ ਦੇ ਵਿੱਚ ਹੀ ਪੈਂਦਾ ਹੈ। ਭਾਵ ਕਿ ਖੇਹ ਦੇ ਵਿੱਚ ਕਿੰਨਾ ਲੇਟਣਾ ਸ਼ੁਰੂ ਕਿੰਨਾ ਕਰ ਦਿੰਦਾ ਹੈ। ਕਹਿੰਦੇ ਜਿਹੜਾ ਨਿੰਦਿਆ ਕਰਨ ਵਾਲਾ ਨਾ, ਉਹਦੀ ਜਿਹੜੀ ਚੌਥੀ ਕਿੰਨਾ ਹਾਲਤ ਹੈ ਉਹ ਖੋਤੇ ਕਿੰਨਾ ਵਰਗੀ ਹੈ। ਸਤ ਸੰਗਤ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣੀ ਅਖੀਰ ਉੱਤੇ ਬੜੇ ਪਿਆਰ ਦੇ ਨਾਲ ਮੁਖਾਤਬ ਹੋ ਕਰਕੇ ਕਿੰਨਾ ਜਿਹੜੀਆਂ ਦੋ ਪੰਕਤੀਆਂ ਨੇ ਅਖੀਰ 'ਤੇ, ਉਹਨਾਂ ਨੂੰ ਬੜੇ ਪਿਆਰ ਨਾਲ ਖੋਲ੍ਹ ਕੇ ਕਿੰਨਾ ਸਾਡੇ ਅੱਗੇ ਕਿੰਨਾ ਰੱਖਦੇ ਪਏ ਨੇ। ਕਹਿਣ ਲੱਗੇ, ਕਹਿੰਦੇ ਭਾਈ ਪਿਆਰਿਆ, ਤਿਉ ਨਿੰਦਕ ਪਰ ਨਿੰਦਹੁ ਹਠ ਮੂਲ ਨਾ ਹਟੈ। ਪਿਆਰੀ ਸਤ ਸੰਗਤ ਜੀ, ਅਤੇ ਅਖੀਰ ਉੱਤੇ ਆਖਣਾ ਕੀਤਾ ਹੈ, ਕਹਿੰਦੇ ਸੱਜਣਾ ਆਪਣ ਹੱਥੀ ਆਪਣੀ ਜੜ ਆਪ ਉਪਟੈ। ਜਿਹੜਾ ਨਿੰਦਿਆ ਕਿੰਨਾ ਕਰਨ ਵਾਲਾ ਸੱਜਣ ਹੈ ਉਹ ਇੱਕ ਦਿਨ ਆਪਣੀ ਜੜ ਨੂੰ ਆਪ ਕਿੰਨਾ ਖਤਮ ਕਿੰਨਾ ਕਰ ਦਿੰਦਾ ਹੈ। ਸਤ ਸੰਗਤ ਜੀ, ਹੁਣ ਅਖੀਰ ਉੱਤੇ ਇੱਕ ਸਵਾਲ ਕਿੰਨਾ ਹੋਏਗਾ ਪੈਦਾ ਕਿ ਜਿਹੜਾ ਨਿੰਦਿਆ ਕਰਨ ਵਾਲਾ ਸੱਜਣ ਹੈ ਕਿ ਉਹਦਾ ਬਚਾਅ ਨਹੀਂ ਹੋ ਸਕਦਾ, ਕਿ ਉਹ ਬਖਸ਼ਿਆ ਨਹੀਂ ਕਿੰਨਾ ਜਾ ਸਕਦਾ। ਜੇ ਉਹ ਚਾਹਵੇ ਕਿ ਮੇਰਾ ਵੀ ਕਿਤੇ ਪਾਰ ਉਤਾਰਾ ਕਿੰਨਾ ਹੋ ਜੇ, ਅਤੇ ਸਤ ਸੰਗਤ ਜੀ ਇਹ ਜਿਹੜੀ ਗੱਲ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੇ ਬੜੇ ਪਿਆਰ ਦੇ ਨਾਲ ਜਿੱਥੇ ਆਖੀ ਹੈ ਕਿ ਉਹ ਆਪਣੀ ਜੜ ਦਾ ਖਾਤਮਾ ਕਿੰਨਾ ਲੈਂਦਾ ਹੈ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਬੜੇ ਪਿਆਰੇ ਬਚਨ ਹਨ। ਕਹਿਣ ਲੱਗੇ ਨਿੰਦਕ ਹੋਵੈ ਸਤਿਗੁਰੂ ਕਾ ਫਿਰ ਸਰਨ ਗੁਰ ਆਵੈ, ਪਿਛਲੇ ਗੁਨਾਹ ਸਤਿਗੁਰੂ ਬਖਸ਼ ਲਏ ਸਤ ਸੰਗਤ ਨਾਲ ਅਰਲਾਵੈ। ਜਿਉ ਮੀਂਹ ਵੁੱਠੈ ਗਲੀਆ ਨਾਲਿਆ ਟੋਬਿਆ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਮਿਲਤ ਪਾਵਨ ਪਵਿੱਤਰ ਹੋਏ ਆਵੈ। ਕਹਿਣ ਲੱਗੇ ਨੇ ਜਿਵੇਂ ਮੀਂਹ ਕਿਨਾ ਪਏ ਅਤੇ ਗਲੀਆਂ ਦਾ ਨਾਲੀਆਂ ਦਾ ਟੋਬਿਆਂ ਦਾ ਜਲ ਜਦੋਂ ਨਦੀ ਦੇ ਵਿੱਚ ਪੈਂਦਾ ਹੈ ਅਤੇ ਇੱਕ ਰੂਪ ਵਿੱਚ ਹੋ ਜਾਂਦਾ ਹੈ। ਕਹਿਣ ਲੱਗੇ ਸੱਜਣਾ ਇਸ ਰੂਪ ਦੀ ਨਿਆਈ ਜਿਹੜੇ ਕਿ ਨਾ ਨਿੰਦਿਆ ਕਰਨ ਵਾਲੇ ਸੱਜਣ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਜਾ ਕੇ ਸਮਰਪਣ ਕਿਨਾ ਹੋ ਜਾਂਦੇ ਨੇ, ਜਦੋਂ ਨਿੰਦਿਆ ਕਰਨ ਵਾਲਾ ਸੱਜਣ ਗੁਰੂ ਦੇ ਅੱਗੇ ਜਾ ਕੇ ਪਸ਼ਚਾਤਾਪ ਕਿਨਾ ਕਰਦਾ ਹੈ, ਆਪਣੇ ਜਿਹੜੇ ਔਗਣ ਨੇ ਕਬੂਲ ਕਿਨਾ ਕਰ ਲੈਂਦਾ ਹੈ, ਅਤੇ ਸਤ ਸੰਗਤ ਜੀ ਗੁਰੂ ਮਹਾਰਾਜ ਉਹਨੂੰ ਫਿਰ ਆਪਣੇ ਵਿੱਚ ਮਿਲਾ ਕਿਨਾ ਲੈਂਦੇ ਨੇ। ਜਿਹੜੇ ਸੱਜਣ ਨੂੰ ਗੁਰੂ ਆਪਣੇ ਵਿੱਚ ਮਿਲਾ ਲਏ, ਮਹਾਰਾਜ ਫਿਰ ਉਹਨੂੰ ਨਿੰਦਿਆ ਤੋਂ ਬਚਾ ਕਿਨਾ ਲੈਂਦੇ ਨੇ। ਜਾਂ ਇਸੇ ਤਰ੍ਹਾਂ ਦੀ ਨਿਆਈ ਕਿਨਾ ਸਤ ਸੰਗਤ ਜੀ ਅਸੀਂ ਵੀ ਕਿਨਾ ਗੁਰੂ ਮਹਾਰਾਜ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ, ਸੱਚੇ ਪਾਤਸ਼ਾਹ ਸਾਡੇ ਅੰਦਰ ਵੀ ਨਿੰਦਿਆ ਰੂਪੀ ਕੋੜ ਹੈ,
महाराज असी भी तेरी चरण और शरण दे विच बड़े प्यार दे नाल किना आए हाँ, साडे सीस दे उत्ते मेर भरिया हथ रख कि सच्चे पातशाह सानू इस निंदिया रूपी संसार तो कढ़ के महाराज अपने धाम दे विच सानू पीढ़ी जिनी थां किना बख्शिश किना कर दिओ, तां जो असी आप जी दे चरण शरण दा आनंद किना माणदे होए सच्चे पातशाह जी अपने आप जी दे चरनां दे विच रह करके सदीवी सुख नूं किना मन सकीए। इतनियां कोई बेनतियां प्रवान करनियां होइयां गलतियां दी खिमा अदब विच आइए, गुरबख्शी फतेह बुलाइए, मुखों अलाइए जी। वाहिगुरू जी का खालसा वाहिगुरू जी की फतेह।